संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सजद सुख हर नाम बढ़ाई, गुर प्रसाद नानक मत पाई, सजद सुख हर नाम बढ़ाई, गुर प्रसाद नानक मत पाई। ਸਾਰਿਆਂ ਨੂੰ ਜੀ ਆਇਆਂ ਨੂੰ, ਸਪੈਸ਼ਲੀ ਜਿਹੜੇ ਸਾਡੇ ਨਵੇਂ ਸੱਜਣ ਜੁਆਇਨ ਕੀਤੇ ਔਰ ਪਾਕਿਸਤਾਨ ਤੋਂ ਹੈਗੇ ਆ। ਵੀ ਵੈਲਕਮ ਆਲ ਸਾਡੇ ਫੋਰਮ ਤੇ, ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਦੇ ਵੈਬਿਨਾਰ ਤੇ। ਅੱਜ ਬੜਾ ਜਿੱਦਾਂ ਅਨਾਉਂਸ ਕੀਤਾ, ਬੜਾ ਇੰਪੋਰਟੈਂਟ ਵਿਸ਼ਾ ਹੈ ਜਿਹੜਾ ਸਾਨੂੰ ਸ਼ਾਇਦ ਕਈਆਂ ਨੂੰ ਨਹੀਂ ਪਤਾ। ਉਸ ਮਹਾਰਾਜਾ ਰਣਜੀਤ ਸਿੰਘ ਹੋਰੀ ਕਿੱਦਾਂ ਗਵਰਨ ਕਰਦੇ ਸੀ, ਉਹਨਾਂ ਦੇ ਕਿੱਦਾਂ ਦੀ ਗਵਰਨੈਂਸ ਸੀ, ਔਰ ਉਹਦੇ ਰਿਕਾਰਡਸ ਕਿੱਦਾਂ ਸੀ, ਲੀਗਲ ਜਾਂ ਹੋਰ ਚੀਜ਼ਾਂ ਕਿੱਦਾਂ ਉੱਥੇ ਪਈਆਂ ਹੈਗੀਆਂ ਜੋ ਪਾਕਿਸਤਾਨ ਵਿੱਚ ਲਾਹੌਰ ਵਿੱਚ ਪਈਆਂ। ਫੋਰਚੂਨੇਟਲੀ ਐਨਫ ਸਾਡੇ ਕੋਲ ਅੱਜ ਕੱਲ ਵੈਂਕੂਵਰ ਵਿੱਚ ਡਾਕਟਰ ਸੈਯਦ ਮੁਹੰਮਦ ਫਰੀਦ ਜੀ ਆਏ ਹੋਏ ਆ, ਵਿਜ਼ਿਟਿੰਗ ਪ੍ਰੋਫੈਸਰ ਹੈਗੇ ਆ UBC ਵਿੱਚ। ਸੋ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਦੱਸਿਆ ਤੇ ਉਹ ਗੱਲਬਾਤ ਚੱਲੀ ਅੱਗੇ, ਤੇ ਅਸੀਂ ਕਿਹਾ ਵਾਈ ਡੋਂਟ ਸਾਡੇ ਫੋਰਮ ਵਿੱਚ ਤੁਸੀਂ ਇਹ ਚੀਜ਼ ਥੋੜੀ ਬਹੁਤੀ ਡਿਸਕਸ ਕਰੋ। ਇਹ ਡਾਕਟਰੇਟ ਇਨ ਪਰਸ਼ੀਅਨ ਲੈਂਗੁਏਜ ਹੈਗੇ ਆ, ਈਰਾਨ ਤੋਂ ਇਹਨਾਂ ਨੇ ਕੀਤੀ ਹੈ, ਤਹਿਰਾਨ ਤੋਂ। ਐਂਡ ਐਟ ਪ੍ਰੈਜ਼ੈਂਟ ਜਿਹੜੇ ਆ ਇਹ ਡਾਇਰੈਕਟਰ ਐਂਡ ਪ੍ਰੋਫੈਸਰ ਸੈਂਟਰ ਆਫ ਇਕਬਾਲ ਸਟੱਡੀਜ਼ ਯੂਨੀਵਰਸਿਟੀ ਆਫ ਪੰਜਾਬ ਲਾਹੌਰ ਵਿੱਚ ਹੈਗੇ, ਭਾਵੇਂ ਅੱਜ ਕੱਲ ਇੱਥੇ ਹੈ ਮਤਲਬ, but he is from on deputation to this place. ਸੋ ਇਹਨਾਂ ਨੇ ਤਕਰੀਬਨ 42 ਰਿਸਰਚ ਪੇਪਰ ਲਿਖੇ ਆ, ਇੱਕ ਦੋ ਕਿਤਾਬਾਂ ਵੀ ਹੈਗੀਆਂ ਨਾਂ ਤੇ। ਸੋ ਹੋਰ ਬਹੁਤ ਇਹਨਾਂ ਦੇ ਆਰਟੀਕਲਸ ਐਟ ਡਿਫਰੈਂਟ ਪਲੇਸਿਸ ਛਪੇ ਆ। ਐਂਡ ਹੀ ਇਜ਼ ਕੁਆਇਟ ਲਰਨਡ ਐਨਫ ਟੂ, ਇਹਨਾਂ ਨੇ ਕਈ PhD ਗਾਈਡ ਕੀਤੇ, MSc ਗਾਈਡ ਕੀਤੇ। ਸੋ ਵੀ ਆਰ ਲੱਕੀ ਐਨਫ ਟੂ ਹੈਵ ਹਿਮ ਹੇਅਰ। ਵੈਲਕਮ ਡਾਕਟਰ ਫਰੀਦ ਜੀ, ਤੁਹਾਡਾ ਸਾਡੇ ਫੋਰਮ ਤੇ ਬਹੁਤ ਬਹੁਤ ਵੈਲਕਮ। ਮੈਂ ਜੇ ਲਿਸਟ ਇਹਨਾਂ ਦੀ ਪੜ੍ਹਨ ਲੱਗਾ ਫਿਰ ਤਾਂ ਮੇਰੇ ਖਿਆਲ ਮੇਰਾ ਹੀ ਟਾਈਮ ਹੋ ਜਾਏਗਾ, ਮੈਂ ਹੀ ਘੰਟਾ ਲੈ ਲਾਂਗਾ। ਸੋ ਆਈ ਵਿਲ ਨਾਟ ਗੋ ਇਨਟੂ ਦੋਜ਼ ਡਿਟੇਲਸ, ਬਟ ਵੈਲਕਮ। ਐਂਡ ਆਈ ਵੁੱਡ ਰਿਕੁਐਸਟ ਕਿ ਤੁਸੀਂ ਆਪਣਾ ਜਿਹੜਾ ਪ੍ਰੈਜੈਂਟੇਸ਼ਨ ਹੈ ਉਹ ਦਿਓ ਪਲੀਜ਼। ਵੈਲਕਮ ਜੀ। ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲੇ ਤੇ ਮੈਂ ਸਾਰੀ ਸਿੱਖ ਕਮਿਊਨਿਟੀ ਦਾ ਔਰ ਖਾਸ ਤੌਰ ਤੇ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਦਾ ਮੈਂ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਸਭ ਦਾ ਮੈਂ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਇਸ ਗੱਲਬਾਤ ਕਰਨ ਦਾ ਮੈਨੂੰ ਮੌਕਾ ਦਿੱਤਾ ਹੈ। ਆਪਣੀ ਗੱਲਬਾਤ ਕਰਨ ਤੋਂ ਪਹਿਲੇ ਮੈਂ ਇਹ ਵੈਸੇ ਬਰਕਤ ਲਈ ਕਿ ਸਾਡੇ ਪਾਕਿਸਤਾਨ ਔਰ ਹਿੰਦੁਸਤਾਨ ਦੇ ਇੱਕ ਮੁਸ਼ਤਰਕਾ ਸ਼ਾਇਰ ਰਹੇ ਨੇ, ਉਹਨਾਂ ਦਾ ਨਾਂ ਹੈ ਅਲਾਮਾ ਇਕਬਾਲ। ਉਹਨਾਂ ਨੇ ਬਾਬਾ ਗੁਰੂ ਨਾਨਕ ਵਾਸਤੇ ਇੱਕ ਨਜ਼ਮ ਲਿਖੀ ਸੀ, ਤੇ ਮੈਂ ਉਸ ਨਜ਼ਮ ਚੋਂ ਸਿਰਫ ਇੱਕ ਸ਼ੇਰ ਪੜ੍ਹ ਦਿੰਦਾ ਹੈ ਤਾਂ ਕਿ ਇਸ ਪ੍ਰੋਗਰਾਮ ਦੇ ਅੰਦਰ ਜ਼ਰਾ ਸਾਡੀ ਬਰਕਤ ਵੀ ਪੈ ਜਾਏ। ਔਰ ਉਹਨਾਂ ਨੇ ਉਰਦੂ 'ਚ ਲਿਖੀ ਸੀ ਔਰ ਮੈਂ ਉਰਦੂ 'ਚ ਹੀ ਪੜ੍ਹ ਦਿੰਦਾ ਹੈ ਔਰ ਫਿਰ ਉਹਨੂੰ ਤੁਹਾਨੂੰ ਐਕਸਪਲੇਨ ਵੀ ਕਰ ਦਿੰਦਾ ਹੈ। ਇੱਕ ਸ਼ੇਰ ਜਿਹੜਾ ਮੈਂ ਪੜ੍ਹਨ ਲੱਗਾ ਉਹ ਹੈ, ਫਿਰ ਉੱਠੀ ਆਖਿਰ ਸਦਾ तौहीद की पंजाब से, फिर उठी आखिर सदा तौहीद की पंजाब से, हिंद को एक मर्दे कामिल ने जगाया ख्वाब से। ਤੇ ਤੁਸੀਂ ਦੇਖ ਲਓ ਕਿ ਬਾਬਾ ਗੁਰੂ ਨਾਨਕ ਦੇ ਬਾਰੇ 'ਚ ਅਲਾਮਾ ਇਕਬਾਲ ਨੇ ਕਿੱਡੇ ਵੱਡੇ ਅਲਫਾਜ਼ ਕਹੇ ਨੇ ਕਿ ਉਹ ਇੱਕ ਪੂਰੇ ਮਰਦੇ ਕਾਮਿਲ ਸਨ। ਉਹਨਾਂ ਨੇ ਪੰਜਾਬ ਨੂੰ ਆਪਣੇ ਦਿਲ ਦੀ ਆਵਾਜ਼ ਤੋਂ ਜਗਾਇਆ ਹੈ ਔਰ ਉਦੋਂ ਦੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਲੋਕ ਜਾਗਣ, ਔਰ ਜਾਗਣ ਤੋਂ ਮੁਰਾਦ ਹੈ ਕਿ ਉਹਨਾਂ ਨੇ ਲੋਕਾਂ ਨੂੰ ਤਬਲੀਗ ਕੀਤੀ, ਦੱਸਿਆ ਕਿ ਇਹ ਤਰੀਕੇਕਾਰ ਇਹ ਜ਼ਿੰਦਗੀ ਗੁਜ਼ਾਰਨ ਦਾ। ਤੇ ਇਹ ਅਸ਼ਾਰ ਸਨ, ਸ਼ੇਰ ਸੀ ਡਾਕਟਰ ਅਲਾਮਾ ਇਕਬਾਲ ਦੇ, ਜੋ ਮੈਂ ਤੁਹਾਡੇ ਲਈ ਪੜ੍ਹੇ ਨੇ।
ਅੱਜ ਦੇ ਟੌਪਿਕ ਵੱਲ ਆਵਾਂ ਤੇ ਅੱਜ ਦਾ ਟੌਪਿਕ ਹੈ ਗਵਰਨਰਸ ਆਫ ਰਿਕਾਰਡਸ ਆਫ ਮਹਾਰਾਜਾ ਰਣਜੀਤ ਸਿੰਘ। ਇਹਨਾਂ ਰਿਕਾਰਡ ਦੀ ਅਗਰ ਤੁਸੀਂ ਅਹਿਮੀਅਤ ਜਾਣੋ ਤੇ ਜ਼ਰੂਰੀ ਹੈ ਕਿ ਥੋੜਾ ਜਿਹਾ ਮੈਂ ਪਾਸਟ 'ਚ ਜਾਵਾਂ ਥੋੜਾ ਜਿਹਾ, ਕਿਉਂਕਿ ਇਹ ਸਾਰੇ ਰਿਕਾਰਡ ਫਾਰਸੀ ਜ਼ੁਬਾਨ 'ਚ ਨੇ ਔਰ ਫਾਰਸੀ ਜ਼ੁਬਾਨ ਦੀ ਹਿਸਟਰੀ ਨੂੰ ਥੋੜਾ ਜਿਹਾ ਇੱਥੇ ਤਾਰੀਖ ਨੂੰ ਸਮਝਣ ਵਾਸਤੇ ਮੈਂ ਥੋੜਾ ਜਿਹਾ ਪਿੱਛੇ ਜਾਵਾਂਗਾ ਕਿ ਪਾਕਿਸਤਾਨ और हिंदुस्तान च या बरे सगीर च हिंदुस्तान और पाकिस्तान च फारसी भाषा फारसी साहत जिन्हों तुसी लिटरेचर कहंदे हो, फारसी सभ्याचार कल्चर ये किवें आया ते सब नूं मेरा ख्याल अंदाजा है कि इस चीज़ां सेंट्रल एशिया तो 977 ਤੋਂ ਯਾਨੀ ਹੁਣ 2023 ਚੱਲ ਰਿਹਾ ਹੈ, 977 ਤੋਂ ਜਦੋਂ ਮਹਿਮੂਦ ਗਜ਼ਨਵੀ ਵਗੈਰਾ ਉਸ ਤਰਫੋਂ ਆਏ ਨੇ ਤੇ ਉਹ ਆਪਣੇ ਨਾਲ ਕੁਝ ਲੋਕ ਵੀ ਲੈ ਕੇ ਆਉਂਦੇ ਸਨ, ਕੁਝ ਲੋਕ ਰਹਿ ਜਾਂਦੇ ਸਨ, ਕੁਝ ਵਾਪਸ ਚਲੇ ਜਾਂਦੇ ਸਨ ਔਰ ਫਾਰਸੀ ਉਦੋਂ ਦੀ ਇਸ ਇਲਾਕੇ 'ਚ ਆਉਣਾ ਸ਼ੁਰੂ ਹੋਈ ਹੈ। ਹੱਤਾ ਕਿ 1163 ਵਿੱਚ ਯਾਨੀ ਤਕਰੀਬਨ 860 ਸਾਲ ਪਹਿਲੇ ਲਾਹੌਰ ਜਿਹੜਾ ਸੀ ਉਹ ਗਜ਼ਨਵੀਆਂ ਦੀ ਰਾਜਧਾਨੀ ਬਣ ਗਿਆ ਸੀ। ਠੀਕ ਹੈ, 860 ਸਾਲ ਪਹਿਲੇ ਔਰ ਉਦੋਂ ਤੋਂ ਹੀ ਲਾਹੌਰ ਦੇ ਅੰਦਰ ਤੁਸੀਂ ਦੇਖੋ ਫਾਰਸੀ ਅਵਾਮੀ ਔਰ ਦਰਬਾਰੀ ਜ਼ਬਾਨ ਕਾਇਮ ਹੋ ਗਈ ਸੀ। ਉਦੋਂ ਦੀ ਤਾਰੀਖਾਂ, ਉਦੋਂ ਦੇ ਕਵੀ, ਉਦੋਂ ਦੇ ਲਿਖਾਰੀ ਸਾਰਾ ਕੁਝ ਜੋ ਲਿਖਦੇ ਸਨ ਉਹ ਫਾਰਸੀ ਜ਼ਬਾਨ 'ਚ ਲਿਖਦੇ ਸਨ। ਇਸ ਤੋਂ ਇਲਾਵਾ ਹੋਰ ਕੋਈ ਜ਼ਬਾਨ ਨਹੀਂ ਸੀ। ਅੱਜ ਕੋਈ ਵੀ ਅਸੀਂ ਕਿਤਾਬ ਉਸ ਦੌਰ ਦੀ ਜਾਂ ਉਸ ਤੋਂ ਬਾਅਦ ਦੀ ਵੀ ਉਠਾ ਲੈਂਦੇ ਉਹ ਫਾਰਸੀ 'ਚ ਹੈ। ਉਸ ਤੋਂ ਬਾਅਦ ਤੁਸੀਂ ਦੇਖ ਲਓ ਮੁਗਲ ਸਲਤਨਤ ਤੋਂ ਪਹਿਲੇ ਜਿਹੜੇ ਪ੍ਰੀ ਮੁਗਲ ਸਨ ਉਹ ਵੀ ਸਾਰੇ ਫਾਰਸੀ ਬੋਲਦੇ ਸਨ। ਫਿਰ ਬਾਬਰ, ਹੁਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਨ, ਫਿਰ ਔਰੰਗਜ਼ੇਬ ਔਰ ਉਸ ਤੋਂ ਬਾਅਦ ਜਿਹੜੇ ਲੇਟਰ ਮੁਗਲ ਪੀਰੀਅਡ ਉਹ ਵੀ ਸਾਰੇ ਫਾਰਸੀ। ਕੋਈ ਫਾਰਸੀ ਤੋਂ ਬਗੈਰ ਨਹੀਂ ਲਿਖਦਾ ਸੀ, ਕੋਈ ਹੋਰ ਜ਼ਬਾਨ ਨਹੀਂ ਲਿਖਦਾ ਸੀ। ਇਸ ਹੱਦ ਤੱਕ ਕਿ ਸਿੱਖ ਰਾਜ ਆ ਗਿਆ, ਮਹਾਰਾਜਾ ਦਾ ਆ ਗਈ ਸਾਰੀ हुकूमत और हुकूमत भी छोटी नहीं सी। हिमालय तो लैके अमृतसर, लाहौर, मुल्तान और कश्मीर वो भी कोई छोटी हुकूमत नहीं थी और उस हुकूमत च भी फारसी जबान जिहड़ी सी वो कोर्ट लैंग्वेज कहलांदी सी। पंजाबी भी सी, दूसरी और भी सन, लेकिन जिहड़ी कोर्ट लैंग्वेज ही महाराजा दे दरबार दी जबान सी वो फारसी ही सी। चुनाचा फारसी दा सब कॉन्टीनेंट ते साडे हिस्टरी दे उत्ते बड़ा इंपैक्ट है, बल्कि साडी सारी हिस्टरी ही फारसी च है। और कहा जाता है कि अगर कोई कौम अपनी तारीख नूं भुल जाती है तो या तो वो वैसे खत्म हो जाती है और अगर खत्म नहीं होती तो उसका डाउनफॉल जवाल जरूर हो जाता है। तो असी अपनी हिस्टरी तो थोड़ा जिहा दूर हो गए हैं क्योंकि असी उस जबान तो वाकिफ नहीं है और उस कल्चर तो शायद असी पीछे हटते जा रहे हैं। और अगर पंजाब की गल करा तो पंजाब ते इस सारे जिन्हों का नाम लिया मुगलिया सारा खानदान ये सब सेंट्रल एशिया, ईरान उधरों आए ने ते पंजाब ते अपने महबूब नेता महाराजा रणजीत सिंह जो कि सन ऑफ पंजाब सी, जो कि पंजाब दा ही पुत्र सी, उस तो बगैर ते पंजाब दी हिस्ट्री मुकम्मल नहीं हो सकती। अगर देखा जाए तो 1799 तो 1849 तक सिख राज रहा है। ਉਹਦੇ अंदर शुरू च 2 साल गुजरांवाले राजधानी रही है और 1802 तो लैके ऑनवर्ड्स फिर लाहौर फिर एक दफा महाराजा राजधानी रही है। और अगर तुसी महाराजा दी हुकूमत दे बारे च मैं थोड़ी जी गल करदा ते जी.डब्ल्यू. लाइटनर ने 1881 च अपनी किताब च लिखिया सी कि महाराजा रणजीत सिंह दे जमाने च पंजाब पूरे साउथ एशिया दे अंदर सब तो पढ़ा लिखा इलाका सी। ठीक है, पूरे साउथ एशिया च पंजाब सब तो ज़्यादा लिटरेसी रेट सब तो ज़्यादा पंजाब च सी। और क्यों सी? क्योंकि महाराजा नूं तालीम दी अहमियत दा अंदाजा सी। महाराजा समझदे सन कि जिहड़ी कौम पढ़ेगी नहीं वो खत्म हो जाएगी
ਉਹਨਾਂ ਨੇ ਵੋਕੇਸ਼ਨਲ ਇੰਸਟੀਚਿਊਟਸ ਖੁਲਾਏ, ਉਹਨਾਂ ਨੇ ਲੈਂਗੁਏਜ ਗੁਰਮੁਖੀ ਵਾਸਤੇ ਇੰਸਟੀਚਿਊਟ ਖੁਲਾਏ, ਉਹਨਾਂ ਨੇ ਸਕੂਲ ਖੋਲੇ। ਲਾਹੌਰ ਦੀ ਇਹ ਹਾਲਤ ਸੀ ਕਿ ਲਾਹੌਰ ਦੇ ਅੰਦਰ, ਸਿਰਫ ਲਾਹੌਰ ਦੇ ਅੰਦਰ ਮਹਾਰਾਜਾ ਦੇ ਦੌਰ 'ਚ, ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਤਕਰੀਬਨ 250-300 ਸਕੂਲ ਸਨ ਔਰ ਤਕਰੀਬਨ 2000 ਟੀਚਰ ਸਨ। ਔਰ ਮੈਂ ਬੜੇ ਵਸੂਖ ਨਾਲ ਇਹ ਗੱਲ ਕਹਿਣਾ ਕਿ ਇੱਕ ਕਲਾਸ ਦੇ ਅੰਦਰ 50 ਤਾਲਬੇ ਇਲਮਾਂ ਦਾ, 50 ਸਟੂਡੈਂਟਸ ਦਾ ਜਿਹੜਾ ਕਾਨੂੰਨ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ, ਜਿਹਨੂੰ ਅੱਜ ਦੁਨੀਆ ਸਮੈਸਟਰ ਸਿਸਟਮ ਦੇ ਅੰਦਰ ਫੋਲੋ ਕਰ ਰਹੀ ਹੈ। ਉਦੋਂ ਇਹ ਉਹਨਾਂ ਨੇ ਹੁਕਮ ਸਾਦਰ ਕੀਤਾ ਸੀ ਕਿ ਅਗਰ ਕਿਸੇ ਕਲਾਸ ਦੇ ਅੰਦਰ 50 ਤੋਂ ਜ਼ਿਆਦਾ ਸਟੂਡੈਂਟਸ ਹੋਣ ਤੇ ਨया ਸੈਕਸ਼ਨ ਬਣਾ ਦਿੱਤਾ ਜਾਏ, ਔਰ ਜਿਹੜਾ ਸਕੂਲ ਇਹਨੂੰ ਫੋਲੋ ਨਹੀਂ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਂਦਾ ਸੀ। ਠੀਕ ਹੈ, ਚੁਨਾਚਾ ਅੱਜ ਦੁਨੀਆ ਉਸੇ ਕਾਨੂੰਨ ਨੂੰ, ਉਹਨਾਂ ਦੇ ਹੀ ਵਿਜ਼ਨ ਨੂੰ, ਅੱਜ ਸਾਡੀ ਯੂਬੀਸੀ ਜਾਂ ਅਮਰੀਕਾ ਦੀ ਹਾਰਵਰਡ ਹੋਏ ਜਾਂ ਆਕਸਫੋਰਡ ਹੋਏ ਜਾਂ ਤੁਹਾਡੇ JNU ਹੋਏ, ਸਾਡੀ ਪੰਜਾਬ ਯੂਨੀਵਰਸਿਟੀ ਹੋਏ, ਐਵਰੀ ਯੂਨੀਵਰਸਿਟੀ ਫੋਲੋਜ਼ ਦੈਟ ਰੂਲ ਕਿ 50 ਤੋਂ ਉੱਤੇ ਅਗਰ ਕੋਈ ਸਟੂਡੈਂਟਸ ਹੋ ਜਾਣ ਤੇ ਉਹਨੂੰ ਸੈਕਸ਼ਨ ਨੂੰ ਬਦਲਤਾ ਜਾਏ। ਸੋ ਤਾਲੀਮ ਦੀ ਇੰਨੀ ਅਹਿਮੀਅਤ ਮਹਾਰਾਜਾ ਦੇ ਨਜ਼ਦੀਕ ਉਹ ਰੱਖਦੇ ਸਨ। ਔਰ ਇਹ ਜਿਹੜੇ ਰਿਕਾਰਡਸ ਜਿਨ੍ਹਾਂ ਦੀ ਮੈਂ ਗੱਲ ਕਰਨ ਜਾ ਰਿਹਾ, ਗਵਰਨਰਸ ਰਿਕਾਰਡ, ਇਹ ਸਾਰੇ ਸਿੱਖ ਪੀਰੀਅਡ ਦੇ ਨੇ ਮੋਸਟਲੀ। ਜਿਹੜੇ ਸਾਡੇ ਕੋਲ ਪਏ ਨੇ ਉਹ 1802 ਤੋਂ ਲੈ ਕੇ 1836-37 ਤੱਕ ਸਾਡੇ ਕੋਲ ਇਹ ਰਿਕਾਰਡ ਪਏ ਨੇ। ਠੀਕ ਹੈ ਜੀ, ਔਰ ਇਹ ਸਾਰਾ ਮਹਾਰਾਜਾ ਦਾ ਪੀਰੀਅਡ ਹੈ, ਔਰ ਇਹ ਰਿਕਾਰਡ ਸਾਰੇ ਫਾਰਸੀ ਜ਼ਬਾਨ 'ਚ ਨੇ। ਔਰ ਇਹਨਾਂ ਰਿਕਾਰਡਸ ਨੂੰ ਲਾਹੌਰ ਦੇ ਅੰਦਰ ਸਰਕਾਰੀ ਇਮਾਰਤ ਦੇ ਅੰਦਰ ਮਹਿਫੂਜ਼ ਕੀਤਾ ਗਿਆ ਹੋਇਆ ਹੈ, ਔਰ ਉਹਨਾਂ ਨੂੰ ਲੁਧਿਆਣਾ ਏਜੰਸੀ ਦਾ ਰਿਕਾਰਡ ਹੈਡਿੰਗਸ ਦੇ ਕੇ ਮਹਿਫੂਜ਼ ਕੀਤਾ ਗਿਆ ਕਿ ਲੁਧਿਆਣਾ ਏਜੰਸੀ ਦੇ ਰਿਕਾਰਡਸ ਨੇ ਸਾਰੇ। ਔਰ ਇਹਨਾਂ ਨੂੰ ਸਭ ਤੋਂ ਜ਼ਿਆਦਾ ਜੋ ਜ਼ਰੂਰਤ ਹੈ ਉਹ ਹੈ ਡਿਜੀਟਲਾਈਜੇਸ਼ਨ ਦੀ। ਇਹ ਡਿਜੀਟਲਾਈਜ਼ ਨਹੀਂ ਹੋਏ। ਇਹਨਾਂ ਦਾ ਸਿਰਫ ਇੰਡੈਕਸ ਬਣਿਆ ਹੋਇਆ ਹੈ ਜੋ ਕਿ ਇਹਨਾਂ ਦੀ ਹਿਫਾਜ਼ਤ ਤੇ ਨਹੀਂ ਕਰ ਸਕਦਾ, ਲੇਕਿਨ ਸ਼ਾਇਦ ਕੋਈ ਅਗਰ ਰਿਸਰਚਰ ਜਾਏ ਤੇ ਉਹਦੇ ਲਈ ਸ਼ਾਇਦ ਲੱਭਣਾ ਜਾਂ ਪੜ੍ਹਨਾ ਆਸਾਨ ਹੋ ਜਾਏ, ਲੇਕਿਨ ਹਿਫਾਜ਼ਤ ਸ਼ਾਇਦ ਨਾ ਹੋ ਸਕੇ ਕਿਉਂਕਿ ਪਹਿਲੇ ਹੀ 200 ਸਾਲ ਗੁਜ਼ਰ ਗਏ ਨੇ, 300 ਸਾਲ ਅੱਗੇ ਵੀ ਤੁਸੀਂ ਦੇਖੋ ਕਿ ਪਿੱਛੇ 1838 170-80 ਸਾਲ ਹੋ ਗਏ। ਤੇ ਆਹਿਸਤਾ ਆਹਿਸਤਾ ਫਿਰ ਕਾਗਜ਼ ਜੋ ਨੇ ਉਹਨਾਂ ਦੀ ਹਾਲਤ ਉਸ ਤਰ੍ਹਾਂ ਨਹੀਂ ਰਹਿੰਦੀ, ਕੁਝ ਨਰਮ ਹੋ ਜਾਂਦੇ ਨੇ, ਕੁਛਾਂ ਨੂੰ ਕੀੜਾ ਖਾ ਜਾਂਦਾ ਹੈ, ਚੀਜ਼ਾਂ ਜ਼ਾਇਆ ਹੋਣ ਦੀ ਤਰਫ ਜਾਂਦੀਆਂ ਨਜ਼ਰ ਆ ਰਹੀਆਂ ਨੇ। ਜਿਹੜਾ ਇਹਨਾਂ ਵਾਸਤੇ ਕੁਝ ਕੀਤਾ ਗਿਆ ਸੀ ਉਹ ਇਹੀ ਹੈ ਕਿ ਇਹਨਾਂ ਨੂੰ ਬੰਡਲਸ, ਇੱਕ ਬੰਡਲ, ਇੱਕ ਬੈਗ, ਔਰ ਬੈਗ ਦੇ ਅੰਦਰ ਕਈ ਬੰਡਲਸ। ਠੀਕ ਹੈ, ਰਿਕਾਰਡ ਨੂੰ, ਮੁਖਤਲਿਫ ਰਿਕਾਰਡਸ ਨੂੰ ਉਹਨਾਂ ਬੰਡਲਸ 'ਚ ਬੰਦ ਕਰਕੇ ਇੱਕ ਬੈਗ 'ਚ ਰੱਖਿਆ ਗਿਆ। ਇਸੇ ਤਰ੍ਹਾਂ ਦੂਸਰਾ ਬੈਗ ਹੈ, ਉਹਦੇ ਅੰਦਰ ਕਈ ਬੰਡਲਸ ਨੇ, ਤੀਸਰਾ ਬੈਗ ਹੈ, ਉਹਦੇ ਅੰਦਰ ਕਈ ਬੰਡਲਸ ਨੇ, ਔਰ ਸਾਡੇ ਕੋਲ ਤਕਰੀਬਨ 45 ਤੋਂ ਜ਼ਿਆਦਾ ਬੰਡਲਸ ਨੇ, ਬੈਗਸ ਨੇ। ਠੀਕ ਹੈ, ਹਾਂਜੀ। ਹਰ ਬੰਡਲ ਦੇ ਅੰਦਰ ਕਈ 100 ਡਾਕੂਮੈਂਟਸ ਵੀ ਨੇ। ਠੀਕ ਹੈ, ਇਹ ਮੈਂ ਤਫਸੀਲ ਤੁਹਾਨੂੰ ਆਹਿਸਤਾ ਆਹਿਸਤਾ ਦੱਸਾਂਗਾ। ਹਰ ਬੰਡਲ ਦੇ ਅੰਦਰ ਕਈ 100 ਡਾਕੂਮੈਂਟਸ ਨੇ, ਕਈਆਂ ਦੇ ਅੰਦਰ ਥੋੜੇ ਵੀ ਨੇ। ਔਰ ਅਗਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਹੀ ਸਿਰਫ ਲੈ ਲਈਏ, ਸਿਰਫ ਉਹਨਾਂ ਦੇ 17-18 ਬੰਡਲ ਲੈ ਲਈਏ, 19 ਬੰਡਲ ਲੈ ਲਈਏ, ਉਹਨਾਂ ਦੇ ਦਰਬਾਰ ਦੇ, ਉਹਨਾਂ ਦੇ ਮੁਤਲਕ ਜੋ ਸਿਰਫ ਡਾਇਰੈਕਟਲੀ ਉਹਨਾਂ ਦੇ ਅੰਦਰ, ਤੁਸੀਂ ਦੇਖੋ ਹਰ ਬੰਡਲ ਦੇ ਅੰਦਰ ਵੀ ਅਗਰ 500 ਹੈ ਤੇ 17 ਦੇ ਅੰਦਰ ਤੁਸੀਂ ਦੇਖੋ 5-6 ਹਜ਼ਾਰ ਡਾਕੂਮੈਂਟੇਸ਼ਨ ਸਿਰਫ ਉਹਨਾਂ ਦਾ ਹੈ। ਠੀਕ ਹੈ, ਮੋਰ ਦੈਨ ਦੈਟ। ਔਰ ਇਹ ਮੋਰ ਦੈਨ ਦੈਟ ਮੈਂ ਸਿਰਫ ਤੁਹਾਨੂੰ ਮਿਨੀਮਮ ਨੰਬਰ ਦੱਸ ਰਿਹਾ, ਮੈਂ ਤੁਹਾਨੂੰ ਹਾਲੇ ਤਫਸੀਲ ਮੈਕਸਿਮਮ ਨਹੀਂ ਜਾ ਰਿਹਾ, ਇਹ ਸਿਰਫ ਮਿਨੀਮਮ ਨੰਬਰ ਦੱਸ ਰਿਹਾ। ਔਰ ਉਹ ਸਾਰੇ ਹਿਸਟਰੀ ਹੈ ਸਿੱਖ ਰਾਜ ਦੀ, ਉਹ ਇੱਕ ਲਾਈਨ, ਇੱਕ ਡਾਕੂਮੈਂਟ। ਔਰ ਇਹ ਵੀ ਨਹੀਂ ਹੈ ਕਿ ਕਿਸੇ ਨੇ ਕਹਿ ਕੇ ਲਿਖਵਾ ਲਏ ਨੇ, ਨਹੀਂ, that was ordered by him। ਠੀਕ ਹੈ, ਵਰਨਾ ਤੁਹਾਨੂੰ ਪਤਾ ਹੈ ਬਾਦਸ਼ਾਹ ਤੇ ਕਿਸੇ ਨੂੰ ਹੁਕਮ ਦੇ ਦੇਣ ਬਈ ਹਿਸਟਰੀ ਲਿਖ ਦੇ ਜਾਂ ਕੁਝ ਲਿਖ ਦਿਓ, ਲਿਖ ਦਿੰਦੇ ਨੇ। ਠੀਕ ਹੈ, ਔਰ ਅੱਜ ਵੀ ਐਸਾ ਤੁਸੀਂ ਕਈ ਦਫਾ ਦੇਖਿਆ ਹੈ। ਲੇਕਿਨ ਇਹ ਸਾਰੇ ਡਾਕੂਮੈਂਟਸ ਉਹ ਨੇ ਜੋ he himself said or ordered। ਠੀਕ ਹੈ, ਉਹਨਾਂ ਨੂੰ ਪਤਾ ਹੈ ਕਿ ਮੈਂ ਕੀ ਕਿਹਾ, ਉਹਨਾਂ ਨੂੰ ਪਤਾ ਹੈ ਮੈਂ, ਬਟ
ਉਹਨਾਂ ਨੇ ਇਹ ਨਾ ਤਕਰੀਬਨ ਅਗਰ ਮੈਂ ਬੰਡਲਸ ਦੀ ਤਰਫ ਆਵਾਂ ਤੇ ਐਗਜ਼ਾਮਪਲਸ ਤੁਹਾਨੂੰ ਥੋੜੇ ਜਿਹੇ ਮੈਂ ਦੇ ਦਿੰਦਾ। ਮੈਂ ਕਈ ਬੰਡਲਸ ਨੂੰ ਦੇਖਿਆ ਹੈ। ਇੱਕ ਬੰਡਲ ਨੰਬਰ ਮੈਂ ਤਕਰੀਬਨ 6 ਖੋਲੇ। ਉਹਦੇ ਅੰਦਰ ਬੈਗ ਸਨ ਕੋਈ 5 ਜਾਂ 6 ਜਾਂ 7, ਠੀਕ ਹੈ ਜੀ। ਤੇ ਮੈਂ ਸਿਰਫ 5ਵਾਂ ਔਰ 7ਵਾਂ ਬੈਗ ਖੋਲਿਆ, ਉਹਦੇ ਅੰਦਰ ਤਕਰੀਬਨ ਕੋਈ ਮੈਨੂੰ 250 ਡਾਕੂਮੈਂਟਸ ਮਿਲੇ ਸਨ। ਔਰ ਉਹ ਡਾਕੂਮੈਂਟਸ ਕੀ ਸਨ? 1828 ਔਰ 1832 ਦੇ ਦਰਮਿਆਨ ਸਨ। ਔਰ ਉਹਨਾਂ ਦਾ ਟੌਪਿਕ ਕੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਦਰਿਆਏ ਸਤਲੁਜ ਦੇ ਕਿਨਾਰੇ ਕੁਝ ਜ਼ਮੀਨ ਸੀ, ਠੀਕ ਹੈ। ਉਹ ਕਿੰਨੀ ਜ਼ਮੀਨ ਸੀ, ਉਹਦੀ ਵੈਲਿਊ ਕਿੰਨੀ ਸੀ, ਉਹ ਕਿੰਨਾ ਟੈਕਸ ਦਿੰਦੇ ਸਨ, ਉਹਦੀ ਮਾਲੀਆ, ਹਰ ਚੀਜ਼, ਉਹ ਸਾਰੇ ਡਾਕੂਮੈਂਟਸ। ਔਰ ਉਹਨਾਂ ਨੇ ਮਹਿਕਮਾ ਮਾਲ ਨੂੰ ਜਿਹੜੇ ਖਤ ਲਿਖੇ ਹੋਏ ਨੇ ਕਿ ਇਹਦੀ ਮੈਨੂੰ ਤਫਸੀਲ ਦਿੱਤੀ ਜਾਏ, ਟੈਕਸੇਸ਼ਨ ਦਿੱਤੀ ਜਾਏ, ਔਰ ਉਹਨਾਂ ਨੇ ਕਿਹੜੇ ਕਿ ਟੈਕਸ ਜਿਹੜੇ ਨੇ ਉਹ ਕਿਵੇਂ ਅਦਾ ਕੀਤੇ ਗਏ ਨੇ, ਕਿੰਨੇ ਕਿੰਨੇ, ਸਾਰੀ ਡਾਕੂਮੈਂਟੇਸ਼ਨ ਉੱਥੇ ਮੌਜੂਦ ਹੈ। ਔਰ ਇਸ ਚੀਜ਼ਾਂ ਤੋਂ ਉਸ ਜ਼ਮਾਨੇ ਦਾ ਟੈਕਸ, ਉਸ ਜ਼ਮਾਨੇ ਦੀ ਜ਼ਮੀਨਾਂ ਦੀ ਵੈਲਿਊ, ਉਸ ਜ਼ਮਾਨੇ ਦੀ ਡਿਫਰੈਂਟ ਕੈਟਾਗਰੀਜ਼, ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ। ਈਵਨ ਜਿਹੜੀ ਇਲਾਕਿਆਂ ਦੀ ਡਿਵੈਲਪਮੈਂਟ ਹੈ ਉਹ ਵੀ ਇੱਥੋਂ ਪਤਾ ਲੱਗਦੀ ਹੈ। ਮੂਵਿੰਗ ਫਾਰਵਰਡ, ਇੱਕ ਹੋਰ ਡਾਕੂਮੈਂਟ, ਇੱਕ ਹੋਰ ਬੰਡਲ ਮੈਂ ਖੋਲਿਆ, ਉਹਦੇ ਅੰਦਰ ਵੀ ਕੋਈ ਤਕਰੀਬਨ 10 ਬੈਗ ਸਨ। ਔਰ ਤਕਰੀਬਨ ਉਹਨਾਂ 10 ਬੈਗਸ 'ਚ 1000 ਤੋਂ ਉੱਤੇ ਡਾਕੂਮੈਂਟ ਸਨ। ਔਰ 1000 ਤੋਂ ਉੱਤੇ ਡਾਕੂਮੈਂਟ ਸਨ ਉਹਦੇ ਅੰਦਰ ਕੋਰਟ ਕੇਸਿਸ ਮਹਾਰਾਜਾ ਰਣਜੀਤ ਸਿੰਘ ਦੇ। ਮੈਂ ਤੁਹਾਨੂੰ ਸਿਰਫ 2-4 ਮਿਸਾਲਾਂ ਦੇਵਾਂ। ਇੱਕ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੋਰਟਸ ਵੀ ਅਲੱਗ-ਅਲੱਗ ਬਣਾਈਆਂ ਹੋਈਆਂ, ਸੋ ਇੰਨੇ ਇਨਸਾਫ ਪਸੰਦ ਸਨ। ਮੁਸਲਮਾਨਾਂ ਵਾਸਤੇ ਉਹਨਾਂ ਨੇ ਕਾਜ਼ੀ ਬਿਠਾਏ ਹੋਏ ਸਨ, ਠੀਕ ਹੈ, ਕਿ ਇਹਨਾਂ ਨੂੰ ਕੁਰਾਨ ਦੇ ਮੁਤਾਬਿਕ ਇਹਨਾਂ ਦਾ ਫੈਸਲਾ ਕੀਤਾ ਜਾਏ, ਠੀਕ ਹੈ। ਔਰ ਬਾਕੀ ਜਿਹੜੇ ਮਜ਼ਹਬ ਨੇ, ਬਾਕੀ ਉਹਨਾਂ ਦੇ ਮੁਤਾਬਿਕ ਫੈਸਲਾ, ਕਿਸੇ ਦੇ ਵਾਸਤੇ ਕੋਈ ਨਾ ਇਨਸਾਫੀ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਮੇਰਾ ਫੈਸਲਾ ਠੀਕ ਨਹੀਂ। ਇੰਨਾ ਵਿਜ਼ਨ ਉਹਨਾਂ ਦਾ ਜ਼ਰੂਰ ਸੀ। ਔਰ ਕਈ ਕੇਸਿਸ ਉਹਨਾਂ ਨੇ ਜਿਹੜੀ ਅਲੀਟ ਕਲਾਸ ਉਸ ਜ਼ਮਾਨੇ 'ਚ ਸੀ, ਉਹਨਾਂ ਦੇ ਕੇਸਿਸ ਦੇ ਫੈਸਲੇ ਮਹਾਰਾਜਾ ਖੁਦ ਕਰਦੇ ਸਨ। ਛੋਟੇ ਕੇਸਿਸ, ਹਰ ਕੇਸ ਉਹਨਾਂ ਦੀ ਅਦਾਲਤ 'ਚ ਜਾਂਦਾ ਸੀ, ਲੇਕਿਨ ਅਲੀਟ ਕਲਾਸ ਨੇ ਵੀ ਇੱਕ ਦੂਸਰੇ ਤੇ ਕੇਸ ਕੀਤੇ ਹੁੰਦੇ ਸਨ ਕਿ ਇਹ ਜ਼ਮੀਨ ਮੇਰੀ ਹੈ, ਇਹਨੇ ਮੇਰੇ ਨਾਲ ਇਹ ਜ਼ਿਆਦਤੀ ਕੀਤੀ ਹੈ, ਇਹਨੇ ਮੇਰੇ ਨਾਲ ਇਹ ਕੀਤਾ, ਇਹਨੇ ਮੇਰੇ ਇੰਨੇ ਪੈਸੇ ਦੇਣੇ। ਆਲ ਆਫ them, ਸਾਰੇ ਕੇਸ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦੇ ਸਨ। ਮਹਾਰਾਜਾ ਸੁਣਦੇ ਸਨ, ਉਹਨਾਂ ਤੇ ਆਪਣਾ ਫੈਸਲਾ ਜਾਰੀ ਕਰਦੇ ਸਨ, ਔਰ ਉਹ ਫੈਸਲਾ ਫਾਰਸੀ 'ਚ ਹੀ ਲਿਖਿਆ ਜਾਂਦਾ ਸੀ। ਸੋ ਇਨ ਦੈਟ ਬੰਡਲ ਮੈਂ ਤਕਰੀਬਨ ਮੋਰ ਦੈਨ 1000 ਡਾਕੂਮੈਂਟੇਸ਼ਨ ਦੇਖੀ ਹੈ। ਔਰ ਇਹ ਸਿਰਫ ਮੈਂ ਤੁਹਾਨੂੰ ਅਲੀਟ ਕਲਾਸ ਕੇਸਿਸ ਜਾਂ ਥੋੜੇ ਹੋਰ ਕੇਸਿਸ ਦੱਸ ਰਿਹਾ ਹਾਂ। ਇਸ ਤੋਂ ਇਲਾਵਾ ਕਈ ਕੇਸਿਸ ਨੇ ਜੋ ਉਹਨਾਂ ਨੇ ਡੀਲ ਕੀਤੇ ਸਨ। ਇਸ ਤੋਂ ਬਾਅਦ ਮੈਂ ਬੰਡਲ ਨੰਬਰ, ਵੈਸੇ ਸਰਸਰੀ ਮੈਂ ਜਾਇਜ਼ਾ ਲੈਂਦਾ ਰਿਹਾ। ਬੰਡਲ 15-16 ਖੋਲਿਆ, ਉਹਦੇ ਅੰਦਰ ਤਕਰੀਬਨ 150-200 ਆਪਣਾ ਡਾਕੂਮੈਂਟਸ ਉਹਦੇ ਮਹਿਕਮਾ, ਮਹਿਕਮਾ ਜ਼ਰਾਤ, ਮਹਿਕਮਾ ਮਾਲ, ਪੋਸਟ ਆਫਿਸ ਨੂੰ ਲੈਟਰ ਲਿਖੇ ਗਏ ਸਨ। ਔਰ ਉਹਨਾਂ ਲੈਟਰਾਂ ਦੀ ਸਾਰੀ ਤਫਸੀਲ ਦਰਜ ਹੈ। ਉਹਨਾਂ ਕੋਲੋਂ ਇਨਫੋਰਮੇਸ਼ਨ ਮੰਗੀ ਗਈ, ਉਹਨਾਂ ਕੋਲੋਂ ਪੁੱਛ-ਗੁੱਛ ਕੀਤੀ ਗਈ, ਔਰ ਇਹ ਵੀ ਪੁੱਛਿਆ ਗਿਆ ਕਿ ਬਈ ਤੁਸੀਂ ਇਹਨਾਂ ਦੇ ਅੰਦਰ ਕਿਵੇਂ ਰਿਫਾਰਮਸ ਲੈ ਕੇ ਆਓਗੇ, ਠੀਕ ਹੈ। ਔਰ ਉਹ ਰਿਫਾਰਮਸ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕੀਤੀਆਂ, ਔਰ ਉਹਨਾਂ ਦੇ ਵੀ ਬਕਾਇਦਾ ਜਿਹੜੇ ਆਰਡਰ ਜਾਰੀ ਹੋਏ ਨੇ ਉੱਥੇ ਪਏ ਹੋਏ ਨੇ, ਔਰ ਆਰਡਰਸ ਵੀ ਸਾਰੇ ਪਰਸ਼ੀਅਨ 'ਚ ਨੇ। ਆਪਣਾ ਇਸ ਤੋਂ ਬਾਅਦ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ, ਇੱਕ ਲੈਟਰ ਮੈਨੂੰ ਉੱਥੇ ਨਜ਼ਰ ਆਇਆ। ਉਹ 5 ਸਟੂਡੈਂਟਸ ਨੇ ਲਿਖਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਔਰ ਉਹ ਮਹਾਰਾਜਾ ਦੇ ਜ਼ਮਾਨੇ 'ਚ ਲਾਹੌਰ 'ਚ ਮੈਡੀਕਲ ਕਾਲਜ ਦੇ ਅੰਦਰ ਐਡਮਿਸ਼ਨ ਲੈਣਾ ਚਾਹੁੰਦੇ ਸਨ। ਉਹਨਾਂ ਨੇ ਮਹਾਰਾਜਾ ਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਦਾਖਲਾ ਦਿੱਤਾ ਜਾਏ, ਔਰ ਉਹਨਾਂ ਦਾ ਦਾਖਲਾ ਹੋਇਆ ਸੀ। ਇਸ ਤੋਂ ਬਾਅਦ ਗਵਰਨੈਂਸ ਦੇ ਅੰਦਰ ਆਉਂਦਾ ਜਾਈਏ ਤੇ ਕਈ ਖਤ, ਕਈ ਡਾਕੂਮੈਂਟਸ, ਹਜ਼ਾਰਾਂ ਡਾਕੂਮੈਂਟਸ ਉਹਨਾਂ ਲੋਕਾਂ ਨੂੰ ਨੇ ਜਿਹੜੇ ਉਹਨਾਂ ਦੇ ਆਪਣੇ ਮੁਖਤਲਿਫ ਸ਼ਹਿਰਾਂ ਦੇ ਪ੍ਰਧਾਨ ਸਨ, ਗਵਰਨਰ ਲਾਏ ਹੋਏ ਸਨ। ਉਹਨਾਂ ਨੂੰ ਉਹ ਖਤ ਲਿਖਦੇ ਸਨ, ਔਰ ਸ਼ਹਿਰ ਦੀ ਸਫਾਈ, ਐਜੂਕੇਸ਼ਨ, ਇੰਤਜ਼ਾਮੀ ਅਮੂਰ, ਐਡਮਿਨਿਸਟ੍ਰੇਸ਼ਨ, ਈਚ ਐਂਡ ਐਵਰੀਥਿੰਗ ਰਿਪੋਰਟ ਲੈਂਦੇ ਸਨ ਕਿ ਦੱਸੋ ਭਾਈ, ਸਾਰੇ ਕੰਮਾਂ ਤੋਂ ਨਾਲ-ਨਾਲ, ਸਾਰੀ ਅਦਾਲਤਾਂ ਦੇ ਕੰਮਾਂ ਤੋਂ ਨਾਲ-ਨਾਲ, ਸਾਰੀ ਜੰਗਾਂ ਤੋਂ ਨਾਲ-ਨਾਲ ਉਹ ਇਹ ਕੰਮ ਵੀ ਕਰਦੇ ਸਨ ਕਿ ਮੈਨੂੰ ਮੇਰੀ ਜਿਹੜੀ ਪਬਲਿਕ ਹੈ ਉਧਰੋਂ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਇਸ ਹੱਦ ਤੱਕ ਕਿ ਇੱਕ ਮੈਨੂੰ ਕਿੱਸਾ ਯਾਦ ਹੈ, ਇੱਕ ਡਾਕੂਮੈਂਟ ਦੇ ਅੰਦਰ ਇਹ ਵੀ ਸੀ ਕਿ ਇੱਕ ਅਖਵਾਨ ਲੇਡੀ ਨਾਲ
ਹਰੈਸਮੈਂਟ ਕੀਤੀ ਗਈ ਸੀ ਔਰ ਮਹਾਰਾਜਾ ਨੇ ਉਹਦੇ ਬਾਰੇ 'ਚ ਫੈਸਲਾ ਸੁਣਾਇਆ ਸੀ ਔਰ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਸੀ। ਆਪਣਾ ਕਈ ਬੰਡਲਸ ਦੇ ਅੰਦਰ, ਬਲਕਿ ਕਈ ਬਹੁਤ ਸਾਰੇ ਬੰਡਲਾਂ ਦੇ ਅੰਦਰ ਐਸੇ ਡਾਕੂਮੈਂਟਸ ਨੇ ਜੋ ਮਹਾਰਾਜਾ ਨੇ ਬ੍ਰਿਟਿਸ਼ ਰੂਲਰਸ ਨੂੰ ਲਿਖੇ ਸਨ। ਉਦੋਂ ਅੰਗਰੇਜ਼ ਵੀ ਆ ਗਏ ਹੋਏ ਸਨ ਔਰ ਬਹੁਤ ਸਾਰੇ ਐਸੀ ਚੀਜ਼ਾਂ ਮਿਲਦੀਆਂ ਨੇ ਜੋ ਮਹਾਰਾਜਾ ਔਰ ਉਹਨਾਂ ਦੀ ਜਿਹੜੇ ਕਮਿਊਨੀਕੇਸ਼ਨ ਹੋ ਰਹੀ ਸੀ, ਉਹ ਸਾਰੇ ਡਾਕੂਮੈਂਟੇਸ਼ਨ ਵੀ ਉੱਥੇ ਮੌਜੂਦ ਨੇ ਔਰ ਉਹ ਵੀ ਸਾਰੇ ਫਾਰਸੀ 'ਚ ਨੇ। ਉਹ ਜ਼ਿਆਦਾਤਰ ਬ੍ਰਿਟਿਸ਼ ਜਿਹੜੇ ਰੂਲਰਸ ਨੂੰ ਲੈਟਰ ਲਿਖੇ ਗਏ ਸਨ, ਉਹ ਫਾਈਨੈਂਸ਼ੀਅਲ ਮੈਟਰਸ ਤੇ ਲਿਖੇ ਗਏ ਸਨ ਕਿ ਫਾਈਨਾਂਸ ਕਿਵੇਂ ਚਲਾਉਣਾ ਹੈ। ਔਰ ਔਰ ਉਹਨਾਂ ਦੇ ਵੀ ਜਿੰਨੇ ਜਵਾਬ ਆਉਂਦੇ ਸਨ ਉਹ ਵੀ ਸਾਰੇ ਮਹਿਫੂਜ਼ ਨੇ। ਇਹ ਨਹੀਂ ਹੈ ਕਿ ਵਨ ਸਾਈਡਡ ਹੈ, ਨਹੀਂ, ਅਦਰ ਸਾਈਡ ਵੀ ਸਾਰੀ ਮਹਿਫੂਜ਼ ਹੈ। ਇੱਕ ਕੋਈ ਮੋਲ ਸਾਹਿਬ ਸਨ, ਮੋਲ ਸਾਹਿਬ ਨੂੰ ਉਹਨਾਂ ਨੇ ਅਪਾਇੰਟ ਕੀਤਾ ਸੀ ਆਪਣੇ ਨਾਲ ਐਜ਼ ਅ ਟੀਚਰ ਕਿ ਮੈਨੂੰ ਤੂੰ ਆ ਕੇ ਹਰ ਰੋਜ਼ 1 ਘੰਟਾ ਪੜਾਇਆ ਕਰੇਗਾ, ਠੀਕ ਹੈ। ਔਰ ਉਹ ਅਪਾਇੰਟਮੈਂਟ ਲੈਟਰ ਵੀ ਮੌਜੂਦ ਹੈ, ਠੀਕ ਹੈ। ਔਰ ਉਹ ਮਹਾਰਾਜਾ ਸਾਹਿਬ ਨੂੰ ਰੋਜ਼ ਆ ਕੇ 1 ਘੰਟਾ, ਚਾਹੇ ਉਹ ਆਪਣਾ ਕੁਝ ਵੀ, ਮੈਂ ਨਹੀਂ ਕਹਿੰਦਾ, ਅਤਾਲੀਕ ਹੁੰਦੇ ਨੇ ਬਾਦਸ਼ਾਹਾਂ ਦੇ ਵੱਡੇ ਵੱਡੇ ਸਾਰੇ, ਇਹ ਕੋਈ ਨਈ ਗੱਲ ਨਹੀਂ ਹੈ। ਸਾਰੇ ਬਾਦਸ਼ਾਹ ਆਪਣੇ ਨਾਲ ਆਪਣਾ ਕੋਈ ਅਤਾਲੀਕ, ਟੀਚਰ, ਮੈਂਟੋਰ ਰੱਖਦੇ ਹੀ ਨੇ। ਮਹਾਰਾਜਾ ਨੇ ਵੀ ਆਪਣੇ ਨਾਲ ਇੱਕ ਮੈਂਟੋਰ ਜ਼ਰੂਰ ਰੱਖਿਆ ਹੋਇਆ ਸੀ, ਆਪਣਾ ਇੱਕ ਅਤਾਲੀਕ ਰੱਖਿਆ ਹੋਇਆ ਸੀ ਜੋ ਰੋਜ਼ ਉਹਨਾਂ ਨਾਲ ਗੱਲਬਾਤ ਕਰਦਾ ਸੀ ਔਰ ਚੀਜ਼ਾਂ ਨੂੰ ਔਰ ਇਹ ਥੋੜੀ ਥੋੜੀ ਮਹਾਰਾਜਾ ਨੂੰ ਫਾਰਸੀ ਵੀ ਉਸ ਤਰਫ ਕਾਇਲ ਕਰਦਾ ਸੀ, ਲੈ ਕੇ ਜਾਂਦਾ ਸੀ। ਅੱਗੇ ਇਸ ਤਰ੍ਹਾਂ, ਹਾਂ, ਕਈ ਉਹਨਾਂ ਨੇ ਲੈਟਰਸ ਲਿਖੇ, ਨੈਕਸਟ ਮੈਨੂੰ ਯਾਦ ਆ ਰਹੇ ਨੇ, ਕਈ ਲੈਟਰਸ ਲਿਖੇ ਜੋ ਉਹਨਾਂ ਨੇ ਨਿਊਜ਼ਪੇਪਰਸ ਵਾਲਿਆਂ ਨੂੰ ਲਿਖੇ ਔਰ ਉਹਨਾਂ ਨੇ ਨਿਊਜ਼ਪੇਪਰਸ ਵਾਲਿਆਂ ਨੂੰ ਲਿਖਿਆ ਕਿ ਇਹ ਜਿਹੜੇ ਤੁਸੀਂ ਨਿਊਜ਼ ਛਾਪਦੇ ਹੋ ਜਾਂ ਇਹ ਸਾਰੀ ਪਬਲੀਕੇਸ਼ਨ ਕਿਵੇਂ ਹੁੰਦੀ ਹੈ, ਇਨਫੋਰਮੇਸ਼ਨ ਕਿਵੇਂ ਆਉਂਦੀ ਹੈ ਔਰ ਉਹਨੂੰ ਤੁਸੀਂ ਕਿਵੇਂ ਮੈਨੇਜ ਕਰਦੇ ਹੋ। ਪਲੱਸ ਉਹਨਾਂ ਦਾ ਮੇਨ ਫੋਕਸ ਪੋਸਟ ਆਫਿਸ ਵਾਲੇ ਵੀ ਹੁੰਦੇ ਸਨ, ਡਾਕ ਦਾ ਨਿਜ਼ਾਮ। ਕਿਉਂ ਡਾਕ ਦਾ ਨਿਜ਼ਾਮ, ਉਹ ਕਹਿੰਦੇ ਸਨ ਬਹੁਤ ਸਹੀ ਹੋਣਾ ਚਾਹੀਦਾ ਹੈ, ਬਹੁਤ ਪਾਇਦਾਰ ਹੋਣਾ ਚਾਹੀਦਾ ਹੈ, ਇਹਦੇ ਅੰਦਰ ਕੋਈ ਉਹ ਹਮੇਸ਼ਾ ਉਸ ਨੂੰ ਲੈਟਰ ਲਿਖ ਕੇ ਪੁੱਛਦੇ ਸਨ ਕਿ ਤੁਹਾਡੀ ਕੀ ਰਿਫਾਰਮਸ ਨੇ, ਇਸ ਤਰ੍ਹਾਂ। ਇਸ ਤੋਂ ਬਾਅਦ ਅਗਰ ਕੁਝ ਡਾਕੂਮੈਂਟਸ ਉਹਨਾਂ ਦੇ ਵਾਸਤੇ ਨੇ, ਡਿਟੇਲਡ ਰਿਪੋਰਟਸ ਮੰਗੀਆਂ ਨੇ ਉਹਨਾਂ ਨੇ ਕਸ਼ਮੀਰ ਤੋਂ ਕਿ ਕਿੰਨੀ ਕਸ਼ਮੀਰ ਦੀ ਇਨਕਮ ਹੈ, ਕਿੰਨੇ ਉੱਥੇ ਵਿਜ਼ਿਟਰਸ ਆਉਂਦੇ ਨੇ, ਕਿੰਨੇ ਉੱਥੇ ਰਿਕ੍ਰੀਏਸ਼ਨ ਹੁੰਦੀ ਹੈ, ਕਿੰਨੇ ਲੋਕ ਉੱਥੇ ਜਾਂਦੇ ਨੇ ਆਉਂਦੇ ਨੇ ਔਰ ਉਹਨਾਂ ਦੀ ਇਨਕਮ ਕੀ ਹੈ, ਉੱਥੇ ਜ਼ਮੀਨ ਦਾ ਕੀ ਹਿਸਾਬ ਹੈ। ਉਹਨਾਂ ਨੇ ਉੱਥੇ ਦੇ ਗਵਰਨਰ ਕੋਲੋਂ ਕਈ ਲੈਟਰਸ ਇਸ ਤਰ੍ਹਾਂ ਦੇ ਨੇ ਜੋ ਕਸ਼ਮੀਰ ਦੇ ਬਾਰੇ 'ਚ ਨੇ ਔਰ ਕਸ਼ਮੀਰ ਦੀ ਇਨਕਮ ਔਰ ਕਸ਼ਮੀਰ ਦੇ ਬਜਟ ਦੇ ਬਾਰੇ 'ਚ ਨੇ, ਸਿਰਫ ਇਸ ਲਈ ਤਾਂ ਕਿ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਸਹੂਲਤ ਦਿੱਤੀ ਜਾ ਸਕੇ, ਉਹਨਾਂ ਵਾਸਤੇ ਬਿਹਤਰ ਨਿਜ਼ਾਮ ਬਣਾਇਆ ਜਾ ਸਕੇ। ਇਹ ਨਹੀਂ ਕਿ ਕੋਈ ਉਹ ਉਹਨਾਂ ਦਾ ਕੋਈ ਜ਼ਾਤੀ, ਲੇਕਿਨ ਸਿਰਫ ਆਪਣੀ ਆਵਾਮ ਲਈ, ਆਪਣੇ ਲੋਕਾਂ ਲਈ, ਆਪਣੇ ਲੋਕਾਂ ਦੀ ਸੇਵਾ ਲਈ, ਉੱਥੇ ਸਕੂਲ ਖੋਲ੍ਹਣ ਵਾਸਤੇ ਇਹ ਸਾਰੀ ਰਿਫਾਰਮਸ ਉਹ ਕਰਨਾ ਚਾਹੁੰਦੇ ਸਨ ਔਰ ਕਰ ਵੀ ਰਹੇ ਸਨ। ਅਗਰ ਡਾਕੂਮੈਂਟੇਸ਼ਨਸ ਦੀ ਗਿਣੀ ਜਾਏ ਤੇ ਜਿੱਥੇ ਤੱਕ ਮੈਨੂੰ, ਅਗਰ ਕੰਪਲੀਟ ਮੈਂ ਮਿਨੀਮਮ ਵੀ ਲਗਾਵਾਂ ਤੇ ਮਹਾਰਾਜਾ ਦੇ ਡਾਕੂਮੈਂਟਸ ਤਕਰੀਬਨ ਮੋਰ ਦੈਨ 6000 7000, ਔਰ ਅਗਰ ਟੋਟਲ ਲਗਾਵਾਂ ਤੇ ਟਿਲ ਦਾ ਐਂਡ ਉਹ ਤਕਰੀਬਨ 11-12 ਹਜ਼ਾਰ ਡਾਕੂਮੈਂਟਸ ਨੇ ਸਰ, ਠੀਕ ਹੈ। ਇਹ ਸਾਰਾ ਉਹ ਜ਼ਖੀਰਾ, ਉਹ ਇੱਕ ਹਿਸਟਰੀ ਹੈ ਜੋ ਤੁਹਾਡੀ ਔਰ ਮੇਰੀ ਹੈ ਔਰ ਸਾਡੇ ਪੰਜਾਬ ਦੀ ਹੈ। ਮੈਂ ਫਿਰ ਕਹਾਂਗਾ, ਇਟ ਇਜ਼ ਨਾਟ ਡਿਜੀਟਲਾਈਜ਼ਡ, ਸਟਿਲ ਇਟ ਇਜ਼ ਨਾਟ ਡਿਜੀਟਲਾਈਜ਼ਡ, ਔਰ ਜੋ ਕੰਮ ਅੱਜ ਦੇ ਦੌਰ 'ਚ ਨਾ ਹੋਏ ਡਿਜੀਟਲਾਈਜ਼, ਉਹ ਮਹਿਫੂਜ਼ ਨਹੀਂ ਹੁੰਦਾ। ਮੈਂ ਇਸ ਯੂਨੀਵਰਸਿਟੀ ਦੇ ਅੰਦਰ ਤੇ ਇੱਕ ਹੋਰ ਪ੍ਰੋਜੈਕਟ ਕਰ ਰਿਹਾ ਸੀ, ਲੇਕਿਨ ਮੇਰੇ ਜ਼ਿਹਨ 'ਚ ਕਾਫੀ ਦੇਰ ਦਾ ਇਹ ਪ੍ਰੋਜੈਕਟ ਚੱਲ ਰਿਹਾ ਸੀ, ਹੱਤਾ ਕਿ ਮੈਂ ਇਹਦੇ ਅੰਦਰ ਇੱਕ ਥੋੜੀ ਜਿਹੀ ਜਸਾਰਤ ਵੀ ਕੀਤੀ ਸੀ ਕਿ ਮੈਂ ਆਪਣੇ ਇੱਕ ਸਟੂਡੈਂਟ ਨੂੰ PhD ਦਾ ਟੌਪਿਕ ਵੀ ਇਹ ਦਿੱਤਾ ਸੀ, 4 ਸਾਲਾਂ ਦਾ ਨਾ, ਜਿਹੜੇ ਕੋਰਟ ਦੇ ਪੇਪਰਸ ਨੇ। ਲੇਕਿਨ ਉਹ ਸਟੂਡੈਂਟਸ ਜਿਹੜੇ ਸਨ, ਉਹ ਇੱਕ ਸਟੂਡੈਂਟ ਸੀ, ਉਹ ਹੀ ਬਿਕਮਸ ਆਫਿਸਰ ਤੇ ਉਹ ਚਲਾ ਗਿਆ, ਸੋ ਹੀ ਲੈਫਟ ਦਾ PhD। ਇਹ ਬਹੁਤ ਜ਼ਰੂਰੀ ਹੈ, ਇਹ ਤੁਹਾਡੇ ਲਈ, ਮੇਰੇ ਲਈ, ਨੈਕਸਟ ਜਨਰੇਸ਼ਨ ਲਈ ਬਹੁਤ ਜ਼ਰੂਰੀ ਹੈ। ਔਰ ਮੈਂ ਹੀ ਚਾਹੁੰਦਾ ਹੈ ਕਿ
क्योंकि कोई वो सारे डॉक्यूमेंट्स फारसी च ने और कोई फारसी ਦਾ ਬੰਦਾ ਹੀ ਉਹਨੂੰ ਛੇੜ ਸਕਦਾ ਹੈ। ਤੇ ਮੇਰੀ ਇਹ ਕੋਸ਼ਿਸ਼ ਔਰ ਮੇਰੀ ਇਹ ਤੁਹਾਡੀ ਸਾਰੀ ਜਨਰੇਸ਼ਨ ਲਈ, ਤੁਹਾਡੇ ਲਈ, ਆਪਣੇ ਲਈ ਇਹ ਖਾਹਿਸ਼ ਵੀ ਹੈ, ਜਨਰੇਸ਼ਨ ਆਪਣਾ ਕੋਸ਼ਿਸ਼ ਵੀ ਹੈ ਕਿ ਇਹ ਕੰਮ फारसी तो गुलमुखी च हो जाए, ताकि और कम अज़ कम डिजिटलाइज हो जाए, ताकि कम अज़ कम नेक्स्ट आने वाली जनरेशन वास्ते सारे डॉक्यूमेंट्स, सारी हिस्टरी, सारे मैनूस्क्रिप्ट ਜਿਹੜੇ ਹੱਥ ਨਾਲ ਲਿਖੇ ਹੋਏ ਨੇ, ਜਿਹੜੇ ਟਾਈਪਡ ਨੇ, ਜੋ ਕੁਝ ਉਹਦੇ ਅੰਦਰ ਹੈ ਉਹ ਮਹਿਫੂਜ਼ ਹੋ ਜਾਣ ਔਰ ਉਹ ਲਰਨ ਕਰ ਸਕਣ, ਉਹ ਕੁਝ ਸਿੱਖ ਸਕਣ। ਜਦੋਂ ਕੋਈ ਬੁੱਕ, ਅੱਛਾ ਇਹਦੇ ਅੰਦਰ ਕਿਉਂਕਿ ਬਹੁਤ ਖੁੱਲੇ ਡਾਕੂਮੈਂਟਸ ਨੇ, ਕਲਾਸੀਫਿਕੇਸ਼ਨ ਨਹੀਂ ਹੋਈ ਇਹਦੇ ਅੰਦਰ। ਅਸੀਂ ਜੋ ਮੇਰੀ ਰਾਏ ਸੀ ਕਿ ਇਹਨੂੰ ਕਲਾਸੀਫਾਈਡ ਕਰਤਾ ਜਾਏ, ਇਸ ਨੂੰ ਲੈਟਰਸ ਅਲੱਗਾ ਕਰਤੇ ਜਾਣ, ਆਰਡਰਸ ਅਲੱਗਾ ਕਰਤੇ ਜਾਣ, ਕੋਰਟ ਪ੍ਰੋਸੀਡਿੰਗਸ ਅਲੱਗਾ ਕਰਤੀਆਂ ਜਾਣ, ਜੋ ਬ੍ਰਿਟਿਸ਼ ਰੂਲਰਸ ਨੂੰ ਉਹ ਅਲੱਗਾ ਕਰਤੇ ਜਾਣ। ਅਗਰ ਅਸੀਂ ਇਸ ਤਰ੍ਹਾਂ ਕੋਈ 5-6 ਕੈਟਾਗਰੀਜ਼ ਬਣਾ ਕੇ ਇਹਨਾਂ ਨੂੰ ਪਬਲਿਸ਼ ਕਰ ਦਈਏ ਗੁਰਮੁਖੀ 'ਚ, ਅਗਰ 4 ਕੈਟਾਗਰੀਜ਼ ਹੀ ਬਣਾ ਦਈਏ ਤੇ ਹਰ ਕੈਟਾਗਰੀ ਦੀ ਇੱਕ ਬੁੱਕ ਬਣਦੀ ਹੈ, ਠੀਕ ਹੈ। ਅਗਰ ਇਹਨਾਂ ਦੀ ਕੈਟਾਗਰਾਈਜੇਸ਼ਨ ਕਰਕੇ 4-5 ਕੈਟਾਗਰੀਜ਼ ਵੀ ਬਣਾਤੀਆਂ ਜਾਣ ਤੇ ਹਰ ਕੈਟਾਗਰੀ ਦੀ ਵੀ ਕਮ ਅਜ਼ ਕਮ 600-700, ਮੈਂ ਅਗਰ ਛਾਂਟੀ ਵੀ ਕਰਕੇ ਵੀ 600-700 ਸਫੇ ਦੀ ਕਿਤਾਬ ਹਰ ਕੈਟਾਗਰੀ ਦੀ ਬਣਦੀ, ਠੀਕ ਹੈ। ਔਰ ਉਹ ਸਾਰਾ ਕੁਝ ਅਗਰ ਤੁਹਾਡੀ ਨੈਕਸਟ ਜਨਰੇਸ਼ਨ, ਮੇਰੀ ਨੈਕਸਟ ਜਨਰੇਸ਼ਨ ਤੱਕ ਪਹੁੰਚੇਗਾ, ਮੇਰੇ ਪੰਜਾਬ ਦੇ ਲੋਕਾਂ ਤੱਕ ਪਹੁੰਚੇਗਾ ਕਿ ਇਸ ਪੰਜਾਬ ਤੇ ਸਾਂਝਾ, ਤੇ ਉਹ ਲੋਕ ਆਪਸ 'ਚ ਪਤਾ ਲੱਗੇਗਾ ਕਿ ਸਾਨੂੰ ਸਿੱਖਣ 'ਚ ਮਿਲੇਗਾ, ਸਾਨੂੰ ਆਪਣੀ ਹਿਸਟਰੀ ਦਾ ਪਤਾ ਲੱਗੇਗਾ ਔਰ ਅਸੀਂ ਆਪਣੀ ਹਿਸਟਰੀ ਤੋਂ ਚੀਜ਼ਾਂ ਸਿੱਖ ਕੇ ਅੱਗੇ ਜਾ ਸਕਾਂਗੇ। ਸੋ ਮੇਰੀ ਇਹ ਖਾਹਿਸ਼ ਸੀ ਕਿ ਇਹਨੂੰ ਮੈਂ ਬਸੀਅਤ ਪਰਸ਼ੀਅਨ ਟੀਚਰ with the help of even Dr. Hina or a research scholar and with your community, without the help of community ਤੇ ਮੈਂ ਕੁਝ ਨਹੀਂ ਕਰ ਸਕਦਾ। ਇਸ ਸਾਰੀ ਜਿਹੜਾ ਹੈ ਇੱਕ ਜ਼ਖੀਰਾ ਹੈ, ਜਿਹੜਾ ਇੱਕ ਸਾਡੇ ਕੋਲ ਇੱਕ ਬਹੁਤ ਵੱਡਾ ਹਿਸਟਰੀ ਦਾ ਸੋਰਸ ਹੈ, ਸਾਡੀ ਸ਼ਾਨ ਹੈ, ਉਹਨੂੰ ਅਸੀਂ ਕਨਵਰਟ ਕਰਕੇ ਨੈਕਸਟ ਜਨਰੇਸ਼ਨ ਲਈ ਮਹਿਫੂਜ਼ ਕਰ ਜਾਈਏ। ਔਰ ਇੱਕ ਦਫਾ ਹੋ ਜਾਏਗਾ ਤੇ ਫਿਰ ਇਹ ਸਦੀਆਂ ਚੱਲਦਾ ਰਹੇਗਾ, ਫਿਰ ਕਿਤੇ ਨਹੀਂ ਜਾਂਦਾ। ਫਿਰ ਹਾਂ, ਇਹਦੇ ਅੰਦਰ ਮੈਂ ਇੱਕ ਚੀਜ਼ ਐਡ ਕਰ ਦਵਾਂ, ਕੁਝ ਚੀਜ਼ਾਂ ਇੰਡੀਆ ਤੋਂ, ਹਿੰਦੁਸਤਾਨ ਤੋਂ ਛਪੀਆਂ ਨੇ, ਉਹ ਲੈਟਰਸ ਨੇ ਜੋ ਉੱਥੇ ਪਏ ਹੋਏ ਸਨ, ਜੋ ਉਸ ਪਾਸੇ ਵੀ ਮਹਾਰਾਜਾ ਦੇ ਕੁਝ ਆਰਕਾਈਵਸ ਪਏ ਹੋਏ ਸਨ, ਠੀਕ ਹੈ। ਮੈਂ ਉਹਨਾਂ ਦਾ UBC ਲਾਇਬ੍ਰੇਰੀ 'ਚੋਂ ਕਿਤਾਬਾਂ ਛਾਂਟ ਕੇ ਕੁਝ ਨਾ ਕੁਝ ਮੈਂ ਲੱਭਿਆ ਸੀ। ਉਹ ਡਾਕੂਮੈਂਟਸ ਇਸ ਤੋਂ ਡਿਫਰੈਂਟ ਨੇ, ਠੀਕ ਹੈ। ਉਹ ਉਹਨਾਂ ਦਾ ਇਹਦੇ ਅੰਦਰ ਜ਼ਿਕਰ ਨਹੀਂ ਹੈ। ਚੁਨਾਚਾ ਇਹ ਬਿਲਕੁਲ ਰੇਅਰ ਨੇ ਔਰ ਇਹਨਾਂ ਦੇ ਉੱਤੇ ਕੰਮ ਹੋਣ ਵਾਲਾ ਹੈ ਔਰ ਕੰਮ ਕਰਨਾ ਚਾਹੀਦਾ ਹੈ, ਲੇਕਿਨ ਵਿਦ ਦ ਹੈਲਪ ਆਫ ਯੂਰ ਕਮਿਊਨਿਟੀ, ਵਿਦ ਦ ਹੈਲਪ ਆਫ ਯੂ ਪੀਪਲ। ਥੈਂਕ ਯੂ ਸਰ। Thank you, ji. Thank you, Dr. Farid ji. You have given a ਬਿਲਕੁਲ perspective view ਤੇ ਕੀ ਉੱਥੇ ਪਿਆ ਔਰ ਉਹਦੇ ਵਿੱਚੋਂ ਅਸੀਂ ਕੀ ਜੱਜਮੈਂਟ ਲੈ ਸਕਦੇ ਹਾਂ। ਔਰ ਮੈਨੂੰ ਕਈ ਚੀਜ਼ਾਂ ਬੜੀਆਂ ਵਧੀਆ ਪਤਾ ਲੱਗੀਆਂ ਕਿ ਬਈ ਕੀ ਅਸੀਂ ਕਈ ਵਾਰੀ ਤਾਂ ਹੇਅਰ ਸੇ ਮਹਾਰਾਜਾ ਰਣਜੀਤ ਸਿੰਘ ਬਾਰੇ ਕਹਿ ਦਿੰਦੇ ਹਾਂ ਕਿ ਇਹ ਚੀਜ਼ ਸੀ, ਇਹ ਚੀਜ਼ ਸੀ, ਪਰ ਉਹਨਾਂ ਦੀ ਕਿੱਦਾਂ ਰੂਲਿੰਗ ਸੀ, ਕਿੱਦਾਂ ਮੈਨੇਜਮੈਂਟ ਸੀ, ਇਹਦੇ ਬਾਰੇ ਇਹ ਠੀਕ ਹੈ ਕਿ ਅਜੇ ਸਾਰਾ ਇਹ ਲਿਟਰੇਚਰ ਕਿਉਂਕਿ ਪਾਰਸੀ ਪਰਸ਼ੀਅਨ ਵਿੱਚ ਪਿਆ, ਉਹਨੂੰ ਡੀਕੋਡ ਨਹੀਂ ਕੀਤਾ ਗਿਆ। ਸੋ ਇਹੀ ਪਹਿਲੀ ਚੀਜ਼ ਤਾਂ ਅਸੀਂ, ਸਾਡਾ ਆਬਜੈਕਟਿਵ ਇਹਨਾਂ ਲਿਆਉਣ ਦਾ ਇਹੀ ਸੀ ਕਿ ਇਹੋ ਜਿਹੀ ਚੀਜ਼ ਦੀ ਅਵੇਅਰਨੈਸ ਲਿਆਈ ਜਾਏ ਕਿ ਇਹੋ ਜਿਹੀ ਚੀਜ਼ ਉੱਥੇ ਪਈ ਹੈ ਔਰ ਸਾਡੀ ਕਮਿਊਨਿਟੀ ਔਰ ਕੀ ਕਰ ਸਕਦੀ ਹੈ। ਵੀ ਵਿਲ ਬੀ ਡਿਸਕਸਿੰਗ ਇਟ ਇਨ ਆਵਰ ਸੋਸਾਇਟੀ ਆਲਸੋ ਪਲੱਸ ਅਦਰ, ਕਿ ਅਸੀਂ ਕਿਸ ਤਰੀਕੇ ਨਾਲ ਇਹਨੂੰ ਚੈਲੰਜ ਨੂੰ ਥੋੜਾ ਜਿਹਾ ਐਕਸੈਪਟ ਕਰਕੇ ਤੇ ਕਰ ਸਕਦੇ ਹਾਂ, ਬਟ ਵਿਦ ਆਲ ਆਫ ਅਸ ਟੁਗੇਦਰ। ਸੋ we open up for discussion. So please ਜਿਨ੍ਹਾਂ ਨੇ hand raise ਕਰ ਦਿਓ ਤੇ ਤਾਂ ਕਿ ਅਸੀਂ ਥੋੜਾ ਬਹੁਤ ਅੱਗੇ ਚੱਲਦੇ ਜਾਈਏ। ਹਾਂਜੀ, ਜਗਦੀਸ਼ ਸਿੰਘ ਜੀ ਪਲੀਜ਼, ਫਿਰ ਕਰਨੈਲ ਸਿੰਘ ਜੀ, ਉਸ ਤੋਂ ਬਾਅਦ ਫਿਰ ਚਰਨਜੀਤ ਸਿੰਘ ਨੈਕਸਟ। ਹਾਂਜੀ।
ਅਨਮਿਊਟ ਕਰ ਲਓ ਜੀ, ਤੁਸੀਂ ਮਿਊਟਡ ਹੋ ਜੀ ਜਗਦੀਸ਼ ਸਿੰਘ। ਹਾਂਜੀ ਹਾਂਜੀ, ਥੈਂਕ ਯੂ ਡਾਕਟਰ ਸਾਹਿਬ। Thank you. ਥੈਂਕ ਯੂ ਵੈਰੀ ਮਚ ਡਾਕਟਰ ਫਰੀਦ ਜੀ। ਮੈਂ ਸ਼ੁਰੂਆਤ ਵਿੱਚ ਹੀ ਇਸ ਕਰਕੇ ਹੱਥ ਖੜਾ ਕੀਤਾ ਕਿ ਇਹ ਤਾਂ ਡਾਕੂਮੈਂਟੇਸ਼ਨ ਜਾਂ ਉਹਨਾਂ ਦਾ ਪਰਸਨਲ ਰਿਕਾਰਡ ਜਿਹੜਾ ਤੁਸੀਂ ਆਪ ਦੇਖਿਆ ਆ ਔਰ ਅਥੈਂਟੀਕੇਟਡ ਆ। ਇਸ ਤੋਂ ਇਲਾਵਾ ਹੋਰ ਵੀ ਲਾਹੌਰ ਵਿੱਚ ਮਿਊਜ਼ੀਅਮ ਨੇ ਜਿੱਥੇ ਕਈ ਆਰਟੀਫੈਕਟਸ ਨੇ ਜਿਹੜੇ ਕਿ ਇਹਦੇ ਨਾਲ ਮਹਾਰਾਜਾ ਜੀ ਦੀ ਜੀਵਨੀ ਨਾਲ ਜਾਂ ਉਹਨਾਂ ਦੇ ਪਰਸਨਲ ਜਿਹੜਾ ਉੱਥੇ ਕੰਡਕਟ ਸੀ ਉਹਦੇ ਨਾਲ ਰਿਲੇਟਡ ਨੇ ਜਾਂ ਕੋਈ ਇਦਾਂ ਦਾ, ਉਹਦੇ ਬਾਰੇ ਵੀ ਕੁਝ ਥੋੜਾ ਚਾਨਣਾ ਪਾਉਂਗੇ? ਥੈਂਕ ਯੂ। ਡਾਕਟਰ ਸਾਹਿਬ ਜਿਹੜੇ ਚੀਜ਼ਾਂ ਮਿਊਜ਼ੀਅਮ 'ਚ ਨੇ ਉਹਨਾਂ ਦੇ ਉੱਤੇ ਤੇ ਤੁਹਾਡੀ ਐਕਸੈਸ ਹੈ, ਬਿਕੋਜ਼ ਦੇ ਆਰ ਓਪਨ, ਠੀਕ ਹੈ ਨਾ। ਤੁਸੀਂ ਦੇਖ ਵੀ ਸਕਦੇ ਹੋ, ਉਹ ਤੁਸੀਂ ਜਾ ਕੇ ਇਨਫੋਰਮੇਸ਼ਨ ਵੀ ਲੈ ਸਕਦੇ ਹੋ। ਪੂਰੀ ਉੱਥੇ ਇੱਕ ਸੈਕਸ਼ਨ ਹੈ, ਉਹ ਪੂਰਾ ਇੱਕ ਸੈਕਸ਼ਨ ਹੈ ਜਿਹੜਾ ਸਿੱਖ ਰਾਜ ਦਾ ਪੂਰਾ ਇੱਕ ਸੈਕਸ਼ਨ ਬਣਿਆ ਹੋਇਆ, ਤੁਸੀਂ ਮਿਊਜ਼ੀਅਮ ਦੇ ਅੰਦਰ ਦੇਖਿਆ ਵੀ ਹੋਏਗਾ। ਔਰ ਸਭ ਤੋਂ ਵੱਧ ਕੀ ਹੈ ਕਿ ਉਹਦੇ ਉੱਤੇ ਬਹੁਤ ਸਾਰਾ ਕੰਮ ਹੋਇਆ ਕਿਉਂਕਿ ਓਪਨ ਹੈ। ਇਹ ਜਿਹੜਾ ਕੰਮ ਹੈ ਇਹ ਰੇਅਰ ਹੈ, ਇਹ ਤੇ ਤੁਹਾਡੇ ਐਕਸੈਸ 'ਚ ਨਹੀਂ ਹੈ ਫਿਲਹਾਲ, ਠੀਕ ਹੈ। ਔਰ ਇਹ ਤੁਸੀਂ ਦੇਖਿਆ ਵੀ ਨਹੀਂ, ਔਰ ਇਹਦੀ ਐਕਸੈਸ ਵੀ ਬੜੀ ਮੁਸ਼ਕਿਲ ਹੈ। ਕੋਈ ਇਹ ਮੈਂ ਦੱਸਿਆ ਸੀ ਇੱਕ ਦਿਨ ਡਾਕਟਰ ਸਾਹਿਬ ਨੂੰ ਕਿ ਕੋਈ ਇੱਕ ਬੰਦਾ ਯਾਨੀ ਈਵਨ ਆਈ ਵਾਂਟ ਟੂ ਗੋ, ਅਗਰ ਮੈਂ ਐਪਲੀਕੇਸ਼ਨ ਦੇਣਾ ਕਿ ਮੈਨੂੰ ਐਕਸੈਸ ਦਿੱਤੀ ਜਾਏ, ਪਰਮਿਸ਼ਨ ਲੈ ਕੇ, ਗਵਰਨਮੈਂਟ ਕੋਲੋਂ ਪਰਮਿਸ਼ਨ ਲੈ ਕੇ, ਉਹ ਫਿਰ ਸਿਰਫ ਮੈਨੂੰ ਹੀ ਮਿਲੇਗੀ ਪਰਮਿਸ਼ਨ। ਮੈਂ ਇਹ ਨਹੀਂ ਹੈ ਕਿ ਕਿਸੇ ਨੂੰ ਕਹਾਂ ਅੱਛਾ ਯਾਰ ਅੱਜ ਮੈਂ ਨਹੀਂ ਜਾ ਰਿਹਾ ਤੇ ਮੇਰੀ ਜਗ੍ਹਾ ਤੂੰ ਚਲਾ ਜਾ, ਨੋ, ਠੀਕ ਹੈ। ਇਹ ਇੰਨਾ ਰੇਅਰ ਉਹਨਾਂ ਨੇ ਰੱਖਿਆ ਹੋਇਆ ਹੈ, ਔਰ ਐਸੀ ਵਜ੍ਹਾ ਤੋਂ ਫਿਲਹਾਲ ਥੋੜਾ ਉਹਦੀ ਡਿਜੀਟਲਾਈਜੇਸ਼ਨ 'ਚ ਵੀ ਪ੍ਰੋਬਲਮ ਆ ਰਹੀ ਹੈ। ਜੋ ਮਿਊਜ਼ੀਅਮ ਦੇ ਅੰਦਰ ਤੁਸੀਂ ਕਹਿ ਰਹੇ ਹੋ, ਮਿਊਜ਼ੀਅਮ ਦੇ ਅੰਦਰ ਤੇ ਹਰ ਚੀਜ਼ ਓਪਨ ਪਈ ਹੋਈ ਹੈ ਨਾ ਸਰ, ਉਹ ਤੇ ਪੂਰਾ ਉਹਦੀ ਇੱਕ ਸੈਕਸ਼ਨ ਹੈ। ਵੈਬਸਾਈਟ ਹੈ ਜੀ ਉਹਦੀ, ਜਾਂ ਕਿਵੇਂ, ਹਾਊ ਡੂ ਯੂ ਐਕਸੈਸ ਇਟ ਆਨਲਾਈਨ? ਮਿਊਜ਼ੀਅਮ ਸਰ ਜੀ ਲਾਹੌਰ ਮਿਊਜ਼ੀਅਮ ਤੁਸੀਂ ਚੈੱਕ ਕਰ ਲਓ, ਉਹਦੇ ਅੰਦਰ ਤੁਹਾਨੂੰ ਬਹੁਤ ਓਕੇ ਲਾਹੌਰ ਮਿਊਜ਼ੀਅਮ ਦੇ ਵੈਬਸਾਈਟ ਮਿਊਜ਼ੀਅਮ ਦੀ ਵੈਬਸਾਈਟ ਹੋਈ ਜੀ। ਠੀਕ ਹੈ ਜੀ, ਥੈਂਕ ਯੂ। ਉਹਦੇ ਅੰਦਰ ਸਿੱਖ ਸੈਕਸ਼ਨ ਪੂਰਾ ਲੈਦਾ ਹੈ। ਓਕੇ ਥੈਂਕ ਯੂ। This is another government ਯਾਨੀ ਆਰਕਾਈਵ ਸੈਕਸ਼ਨ ਨਾ, ਇਹ ਉੱਥੇ ਨੇ ਸਰ। ਹਾਂਜੀ ਕਰਨੈਲ ਸਿੰਘ ਜੀ ਪਲੀਜ਼। ਹਾਂਜੀ ਡਾਕਟਰ ਸਾਹਿਬ, ਥੈਂਕ ਯੂ ਫॉर such an elaborate research। ਥੈਂਕ ਯੂ ਡਾਕਟਰ ਸਾਹਿਬ, ਮੇਰਾ ਇੱਕ ਸਵਾਲ ਹੈ ਜੀ ਕਿ ਆਮ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਰਜਵਾੜਾ ਸ਼ਾਹੀ ਜਾਂ ਜ਼ਿਮੀਂਦਾਰੀ ਪ੍ਰਥਾ ਜਿਹੜੀ ਸੀ ਉਹਨੂੰ ਤੋੜ ਕੇ ਤੇ ਆਮ ਕਾਸ਼ਤਕਾਰਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ। ਤੁਸੀਂ ਹੁਣੇ ਕਿਹਾ ਸੀ ਆਪਣੇ ਦੱਸਿਆ ਹੁਣੇ ਕਿ 15 ਤੇ 16 ਨੰਬਰ ਬੈਗ ਵਿੱਚ ਮਾਲ ਵਿਭਾਗ ਦੇ ਨਾਲ ਰਿਲੇਟਡ ਕੁਝ ਰਿਕਾਰਡ ਹੈਗਾ ਏ, ਕੋਈ ਰਿਫਾਰਮ ਬਾਰੇ, ਕਿ ਉਹਦੇ ਵਿੱਚ ਤੁਹਾਡੀ ਸਮਝ ਮੁਤਾਬਕ ਕੋਈ ਅਜਿਹਾ ਹੈ ਸੀ ਕਿ ਜ਼ਿਮੀਂਦਾਰੀ ਪ੍ਰਥਾ ਨੂੰ ਉਹ ਖਤਮ ਕਰਨਾ ਚਾਹੁੰਦੇ ਸੀ? ਨਹੀਂ ऐसा कुछ नहीं है। ਜ਼ਿਮੀਂਦਾਰੀ ਨੂੰ ਤੇ ਉਹ ਪ੍ਰਮੋਟ ਕਰਦੇ ਸਨ। ਔਰ ਜੋ ਹਾਂ ਦੇਖੋ, ਐਲੀਟ ਕਲਾਸ ਹਰ ਜਗ੍ਹਾ ਹੁੰਦੀ ਹੈ, ਠੀਕ ਹੈ, ਉਹਨਾਂ ਦੇ ਦੌਰ 'ਚ ਵੀ ਸੀ। ਔਰ ਰਿਫਾਰਮਸ ਦਾ ਮਤਲਬ ਇਹ ਨਹੀਂ ਹੈ ਕਿ ਰਿਫਾਰਮਸ ਇਨ ਦਾ ਸੈਕਸ਼ਨ ਕਿ ਬਈ ਮੈਂ ਜ਼ਿਮੀਂਦਾਰਾਂ ਲਈ ਮਜ਼ੀਦ ਕੀ ਮਰਾਦ ਦੇ ਸਕਦਾ, ਮੈਂ ਖਾਦ ਹੋਰ ਸਸਤੀ ਕਰ ਸਕਦਾ, ਮੈਂ ਪਾਣੀ ਦਾ ਨਿਜ਼ਾਮ ਹੋਰ ਬਿਹਤਰ ਕਰ ਸਕਦਾ, ਮੈਂ ਚੀਜ਼ਾਂ ਨੂੰ ਹੋਰ ਅੱਛੀ ਤਰ੍ਹਾਂ ਲੈ ਕੇ ਜਾ ਸਕਦਾ। ਉਹ ਰਿਫਾਰਮ ਜ਼ਰੂਰ ਨੇ, ਔਰ ਚੂੰਕਿ ਇਹਦੇ ਅੰਦਰ ਬਹੁਤ ਸਾਰੇ ਡਾਕੂਮੈਂਟਸ ਮੌਜੂਦ ਨੇ, ਇਹ ਸਾਰੇ ਡਾਕੂਮੈਂਟਸ ਪੜ੍ਹ ਕੇ ਉਹਨਾਂ ਦੀ ਹਿਸਟਰੀ ਜਾਣ ਕੇ ਫਿਰ ਅਸੀਂ ਕੰਕਲੂਜਨ ਕੱਢ ਸਕਦੇ ਹਾਂ ਕਿ ਯੈਸ ਔਰ ਨੋਟ। ਚਲੋ ਅੱਗੇ ਤੋਂ ਧਿਆਨ ਰੱਖਣਾ ਜੀ। ਇਹ ਇੱਕ ਬੜਾ ਇੰਪੋਰਟੈਂਟ ਹੈਗਾ ਇਹ ਟੌਪਿਕ ਕਿ ਉਹਨਾਂ ਨੇ ਮਤਲਬ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰਨ ਲਈ ਕੀ ਐਫਰਟ ਕੀਤੇ, ਜਾਂ ਇਹ ਮੇਰਾ ਆਪਣਾ ਸੀ ਹੈ ਕਿਉਂਕਿ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਦੇ ਬਾਰੇ ਕੋਸ਼ਿਸ਼ ਕੀਤੀ, ਉਹਨਾਂ ਦਾ ਟੈਨਿਓਰ ਬਹੁਤ ਥੋੜਾ ਮਿਲਿਆ ਉਹਨਾਂ ਨੂੰ, ਪਰ ਫਿਰ ਵੀ ਉਹਨਾਂ ਨੇ ਇਸ ਕੰਮ ਕੀਤਾ। ਬੇਸ਼ੁਮਾਰ ਚੀਜ਼ਾਂ ਹੋਣਗੀਆਂ, ਮੈਂ ਨਹੀਂ ਕਹਿ ਰਿਹਾ। ਇਹ ਤੇ ਹੁਣ ਅਸੀਂ ਡਾਕੂਮੈਂਟਸ ਦੇ ਅੰਦਰ ਜਾ ਕੇ ਉਹਨਾਂ ਨੂੰ ਜਦੋਂ ਪਰਖਾਂਗੇ ਤੇ ਫਿਰ ਸਾਨੂੰ ਬਹੁਤ ਸਾਰੀ ਚੀਜ਼ਾਂ ਹੋਰ ਵੀ ਮਿਲਣਗੀਆਂ। ਇਹ ਤੇ ਸਿਰਫ ਮੈਂ ਤੁਹਾਨੂੰ ਜਸਟ ਐਨ ਐਗਜ਼ਾਮਪਲ ਦਿੱਤੀ ਹੈ ਨਾ, ਤੇ ਜਿਹਦੇ ਅੰਦਰ ਕੋਈ 150 ਡਾਕੂਮੈਂਟ ਪਿਆ ਹੋਏ, ਮੈਂ ਅਗਰ 4 ਪੜ੍ਹੇ ਨੇ ਤੇ 146 ਦੇ ਅੰਦਰ ਤੇ ਬਹੁਤ ਕੁਝ ਨਿਕਲੇਗਾ।
ਥੈਂਕ ਯੂ ਸਰ, ਥੈਂਕ ਯੂ। Thank ਬਹੁਤ you. ਕੰਮ ਕਰਨ ਵਾਲਾ ਪਿਆ ਹੈ। ਥੈਂਕ ਯੂ। ਜੀ ਜੀ एक just मैं ऐड कर दूं, this is a work in progress, this is not a final work ਜਿਹੜਾ ਹੋ ਚੁੱਕਾ ਹੈ। ਸਾਡਾ ਅੱਜ ਦਾ ਜਿਹੜਾ ਪਰਪਸ ਸੀ ਇਹ ਕਰਾਉਣ ਦਾ ਕਿ ਅਵੇਅਰਨੈਸ ਕਿ ਏਦਾਂ ਦੀ ਚੀਜ਼ ਐਗਜ਼ਿਸਟ ਕਰਦੀ ਪਈ ਹੈ ਔਰ ਅਸੀਂ ਕੰਮ ਨਹੀਂ ਕੀਤਾ ਅਜੇ ਤੱਕ ਉਸਸੇ। ਪਰਪਸ ਅੱਜ ਦੇ ਸੈਮੀਨਾਰ ਦਾ ਇਹ ਹੈ, ਨਾ ਕਿ ਅਸੀਂ ਕੋਈ ਕਿਸੇ ਰਿਜ਼ਲਟ ਤੇ ਪਹੁੰਚ ਚੁੱਕੇ ਹਾਂ ਤੇ ਉਹ ਰਿਜ਼ਲਟ ਡਿਸਕਸ ਕਰ ਰਹੇ ਹਾਂ। ਸੋ ਉਹ ਚੀਜ਼ ਨਹੀਂ ਹੈ। ਮੈਂ ਆਪਣੀ ਆਡੀਅנס ਨੂੰ ਬੇਸਿਕਲੀ ਇਹ ਚੀਜ਼ ਦੇ ਬਾਰੇ ਅਵੇਅਰ ਕਰਨਾ ਚਾਹੁੰਦਾ ਸੀ ਕਿ ਇਹ ਵੀ ਇੱਕ ਪ੍ਰੈਜੈਂਟੇਸ਼ਨ ਐਸੀ ਹੈ ਕਿਉਂਕਿ ਸਾਨੂੰ ਲੱਗਾ ਕਿ ਬਈ ਇਹ ਚੀਜ਼ ਅਵੇਅਰਨੈਸ ਆਏਗੀ ਤੇ ਤਾਂ ਹੀ ਅਸੀਂ ਅੱਗੇ ਐਸੇ ਕੰਮ ਕਰ ਸਕਾਂਗੇ। ਸੋ ਇਟ ਇਜ਼ not a complete but he has given us a bird's eye view ਕਿ ਉਹਦੇ ਚ ਕੀ ਪਿਆ ਤੇ ਉਹਦੇ ਚੋਂ ਜਦੋਂ ਰਿਸਰਚ ਹੋਏਗੀ ਤਾਂ ਫਿਰ ਤਾਂ ਬਹੁਤ ਕੁਝ ਨਿਕਲੇਗਾ। ਸ਼ਾਇਦ ਉਹ ਜਿੱਦਾਂ ਉਹਨਾਂ ਨੇ ਕਿਹਾ ਕਿ ਕੈਟੇਗਰਾਈਜ਼ ਕੀਤਾ ਜਾਏ ਕਿਹੜੇ ਰਿਫਾਰਮ ਸੀ, ਕੀ ਸੀ ਐਜੂਕੇਸ਼ਨ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਜਾਂ ਪਾਰਟਿਕੂਲਰ ਰੀਜਨ ਬਾਰੇ, ਜਿੱਦਾਂ ਕਸ਼ਮੀਰ ਬਾਰੇ ਉਹਨਾਂ ਨੇ ਕਿਹਾ ਉਹ ਇੱਕ ਵੱਖਰੇ। ਇਹ ਸਾਰੀਆਂ ਚੀਜ਼ਾਂ ਆਈ ਥਿੰਕ ਜਦੋਂ ਕੰਪਲੀਟ ਹੋਵੇਗਾ ਉਦੋਂ ਨਿਕਲੇਗਾ। ਮੈਂ ਜਸਟ ਇੱਕ ਰੈਫਰੈਂਸ ਦੇਣ ਲੱਗਾ ਕਿ ਡਾਕਟਰ ਬਲਵੰਤ ਸਿੰਘ ਢਿੱਲੋਂ ਹੈਗੇ, ਉਹਨਾਂ ਨੇ ਪਰਸ਼ੀਅਨ ਰਿਸੋਰਸਿਸ ਦੇ ਉੱਤੇ ਬੰਦਾ ਸਿੰਘ ਬਹਾਦਰ ਦੇ ਬਾਰੇ ਸਾਰਾ ਕੰਮ ਕੀਤਾ। ਉਹਨਾਂ ਨੇ ਬੁੱਕਸ ਵੀ ਛਾਪੀਆਂ 2 ਪਰਸ਼ੀਅਨ ਰਿਸੋਰਸਿਸ ਦੇ ਉੱਤੇ। ਜੇ ਬੰਦਾ ਸਿੰਘ ਬਹਾਦਰ ਤੇ ਕਿਸੇ ਨੇ ਪੜ੍ਹਨੀ ਹੋਣ ਪਰਸ਼ੀਅਨ ਰਿਸੋਰਸਿਸ ਤੇ ਉਹਨਾਂ ਦੀਆਂ ਕਿਤਾਬਾਂ ਹੈਗੀਆਂ। ਸਰ ਚਰਨਜੀਤ ਸਿੰਘ ਜੀ ਪਲੀਜ਼। थैंक यू सो मच डॉक्टर फरीद, बहुत अच्छा Thank लग्या you. जी। और ਜਿਹੜਾ ਤੁਸੀਂ ਡਾਕਟਰ ਹਿਨਾ ਨੂੰ ਨਾਲ ਲਿਆਇਓ ਉਹ ਵੀ ਬਹੁਤ ਅੱਛੀ ਗੱਲ ਹੋਈ ਹੈ ਬਿਕਾਜ਼ ਮੈਂ ਆਪਣੇ ਕੁਝ ਪੁਆਇੰਟਸ ਚੈਟ ਦੇ ਵਿੱਚ ਵੀ ਪਾਏ ਨੇ। ਸੋ ਜਿਹੜੇ ਤੁਸੀਂ ਇਹ ਦੇਖ ਰਹੇ ਸੀ ਬੰਡਲ 5-6 ਹਜ਼ਾਰ ਜਿਹਦੇ ਵਿੱਚ ਤੁਸੀਂ ਮਹਾਰਾਜਾ ਸਾਹਿਬ ਦੇ ਨਾਲ ਐਲੋਕੇਟ ਕੈਟਾਗਰਾਈਜ਼ ਕਰ ਰਹੇ ਹੋ, ਉਹਦੇ ਵਿੱਚ ਤੁਹਾਨੂੰ ਕੋਈ ਸਿੱਖਿਆ ਦੇ ਸੰਬੰਧਿਤ ਵੀ ਡਾਕੂਮੈਂਟ ਲੱਭਾ ਹੈ ਕਿਦਾਂ ਜੀ? ਜਿਹਦੇ ਵਿੱਚ ਐਜੂਕੇਸ਼ਨ ਨਾਲ ਰਿਲੇਟਡ ਜੀ, ਸਕੂਲਸ ਦੇ ਨਾਲ ਰਿਲੇਟਡ ਜਾਂ ਲਰਨਿੰਗ ਦੇ ਤੁਸੀਂ ਮੋਸਟ ਆਫ ਦ ਡਾਕੂਮੈਂਟ। ਹਾਂਜੀ ਮੈਂ ਜ਼ਿਕਰ ਕੀਤਾ ਜੀ ਐਜੂਕੇਸ਼ਨ ਰਿਫਾਰਮ ਸੇ ਉਹ ਸਭ ਤੋਂ ਪਹਿਲੇ ਨੇ। ਨਹੀਂ ਇਹ ਜਿਹੜੇ ਡਾਕੂਮੈਂਟਸ ਦੇ ਵਿੱਚ ਕੋਈ ਡਾਕੂਮੈਂਟ ਇਸ ਤਰ੍ਹਾਂ ਦਾ ਮਿਲਿਆ ਤੁਹਾਨੂੰ ਜਿਹੜਾ ਸਪੈਸੀਫਿਕਲੀ ਐਜੂਕੇਸ਼ਨ ਦੇ ਨਾਲ ਰਿਲੇਟਡ ਹੋਵੇ, ਕੋਈ ਕਮਿਊਨੀਕੇਸ਼ਨ ਹੋਵੇ, ਕੋਈ ਲੈਟਰ ਚਿੱਠੀ ਪੱਤਰੀ ਹੋਵੇ ਜਾਂ ਕੋਈ ਡਾਇਰੈਕਸ਼ਨ ਜਾਂ ਕੋਈ ਪਾਲਿਸੀ ਦੇ ਉੱਤੇ ਉਸ ਟਾਈਪ ਦਾ, ਜਾਂ ਦੇਖਣਾ ਪਏਗਾ? ਜੀ ਮੈਂ ਨਹੀਂ ਮੈਂ ਦੇਖੋ ਇਹ ਜਿਹੜੀ ਰਿਫਾਰਮਸ ਬਣਾਈਆਂ ਨੇ ਉਹਨਾਂ ਨੇ ਸਕੂਲ ਵਾਸਤੇ ਇਹ ਵੀ ਮੌਜੂਦ ਨੇ ਕਿ 50 ਸਟੂਡੈਂਟਸ ਦੇ ਉੱਤੇ ਨਾ ਹੋਏ ਹੀ ਮਾਸ਼ਾਅੱਲਾ ਔਰ ਆਰਡਰ ਮੌਜੂਦ ਹੈ। ਠੀਕ ਹੈ, ਵੈਰੀ ਨਾਈਸ ਵੈਰੀ ਨਾਈਸ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ 5 ਸਟੂਡੈਂਟਸ ਨੇ ਦਰਖਾਸਤ ਦਿੱਤੀ ਸੀ ਕਿ ਸਾਡਾ ਮੈਡੀਕਲ ਚ ਦਾਖਲਾ ਕਰਾਇਆ ਜਾਏ। ਉਹਨਾਂ ਦਾ ਦਾਖਲਾ ਦਾ ਆਰਡਰ ਕੀਤਾ ਸੀ, ਆਰਡਰ ਮੌਜੂਦ ਹੈ। ਬਹੁਤ ਖੂਬ ਬਹੁਤ ਖੂਬ। तो इस तरह ਦੀ ਕਈ ਮਿਸਾਲਾਂ ਹੋਰ ਵੀ ਨੇ। ਹਾਂਜੀ ਬਹੁਤ ਅੱਛਾ ਜੀ, ਬਹੁਤ ਅੱਛਾ। ਸੈਕਿੰਡ ਮੇਰਾ ਪੁਆਇੰਟ ਸੀ ਜੀ ਕਿ ਜਿਹੜੀ ਮਹਾਰਾਜਾ ਦੀ ਗਵਰਨੈਂਸ ਦੀ ਤੁਸੀਂ ਗੱਲ ਕਰਨੇ ਹੋ, ਉਹ ਜਿਹੜੀ ਕਮਿਊਨੀਕੇਸ਼ਨ ਹੁੰਦੀ ਸੀ ਬ੍ਰਿਟਿਸ਼ ਗਵਰਨੈਂਸ ਦੇ ਨਾਲ, ਕਿਤੇ ਇਹ ਲਿਖਿਆ ਆਉਂਦਾ ਹੈ ਜੀ ਕਿ ਮਹਾਰਾਜਾ ਜਿਹੜੀ ਗਵਰਨਮੈਂਟ ਹੈ ਉਹਨੂੰ ਉਹ ਸਰਕਾਰੇ ਖਾਲਸਾ ਕਰਕੇ ਐਡਰੈਸ ਕੀਤਾ ਗਿਆ ਹੋਵੇ, ਜਾਂ ਇਹ ਵੀ ਇੱਕ ਫਰੇਜ਼ ਜਿਹੀ ਹੈ ਜਿਹੜਾ ਸਾਨੂੰ ਐਵੇਂ ਚਲਦੇ ਫਿਰਦਿਆਂ ਨੇ? ਖਾਲਸਾ ਗਵਰਨਮੈਂਟ ਵੀ ਫਰੇਜ਼ ਨਹੀਂ ਹੈ, ਐਡਰੈਸਡ ਔਰ ਲਾਹੌਰ ਦਰਬਾਰ। अच्छा, सो लाहौर दरबार किया गया, ना कि सरकारे खालसा किया गया। वो भी किसी जगह इस्तेमाल हुआ है, लेकिन लाहौर दरबार मेजर बहुत सारे डॉक्यूमेंट्स अंदर। लाहौर दरबार इज कॉमन टर्मिनोलॉजी, हाँ ते सरकारे खालसा किते किते लिखा गया जी है नहीं। देखो अच्छा ਜਦੋਂ ਇਸਤੇਮਾਲ ਹੋ ਗਿਆ ਫਿਰ ਉਹ ਡਰਾਈਜ ਹੈ ਨਾ, ਜਦੋਂ ਬਾਦਸ਼ਾਹ ਕੋਈ ਮਹਾਰਾਜਾ ਕੋਈ ਚੀਜ਼ ਯੂਜ਼ ਕਰਦਾ ਇਸਤੇਮਾਲ ਕਰਦਾ ਐਗਜ਼ਿਸਟ ਹੁੰਦਾ ਫਿਰ ਉਹ। ਠੀਕ ਹੈ ਜੀ, ਠੀਕ ਹੈ। ਮੇਰਾ ਲਾਸਟ ਪੁਆਇੰਟ ਹੈਗਾ ਜੀ ਕਿ ਜਿਹੜਾ ਤੁਸੀਂ ਕਿਹਾ ਕਿ ਲੁਧਿਆਣਾ ਏਜੰਸੀ ਦੀ ਗੱਲ ਕਰ ਰਹੇ ਹੋ। ਜੀ ਜੇ ਬਾਈ ਚਾਂਸ ਕਿਸੇ ਤਰੀਕੇ ਉਸ ਬੈਗ ਤੋਂ ਆਪਾਂ ਇਹ ਦੇਖ ਸਕੀਏ ਕਿ ਲੁਧਿਆਣਾ ਏਜੰਸੀ ਨੂੰ ਉਹਨਾਂ ਨੇ ਕਿਵੇਂ ਸਪੈਲ ਆਊਟ ਕਿਵੇਂ ਕੀਤਾ ਜੀ, ਸਪੈਲਿੰਗਸ, ਕਿਉਂਕਿ ਅੱਜ ਦੇ ਸਪੈਲਿੰਗ ਹੈਗੇ ਨੇ LUDHIAN ਹੈ ਜਿਵੇਂ, ਉਸ ਟਾਈਮ ਤੇ ਉਹਨਾਂ ਨੇ ਕੀ, ਇਟ ਵਿਲ ਬੀ ਵੈਰੀ ਇੰਟਰਸਟਿੰਗ ਬਿਕਾਜ਼ देयर इज ए like we can talk on that, but ਮੈਂ ਉਹਦੇ ਵਿੱਚ ਬੜਾ ਇੰਟਰਸਟ ਲਵਾਂਗਾ ਕਿ ਅਗਰ ਮੈਨੂੰ ਸਿਰਫ ਉਸ ਲੇਬਲ ਦਾ ਜੋ ਲਿਖਿਆ ਹੋਇਆ ਉਹਦੇ ਬਾਹਰ ਜਿਹਨੂੰ ਤੁਸੀਂ ਲੁਧਿਆਣਾ ਏਜੰਸੀ ਕਰਕੇ ਰੈਕਗਨਾਈਜ਼ ਕਰ ਰਹੇ ਹੋ। ਓਕੇ, ਇਹ ਸਰ ਚੂੰਕਿ ਜਿੱਥੇ ਪਏ ਨੇ, ਜਿਸ ਗਵਰਨਮੈਂਟ ਦੇ ਇਦਾਰੇ 'ਚ ਪਏ ਨੇ, ਇਹ ਟਾਈਟਲ ਉਹਨਾਂ ਨੇ ਦਿੱਤਾ ਹੈ। ਓਕੇ, ਸੋ ਇਹ ਓਕੇ ਸਮਝ ਗਿਆ ਜੀ, ਠੀਕ ਹੈ। ਉਹ ਜਿਹੜਾ ਕਿ ਬਈ ਇਹ ਉੱਥੇ ਹੋਰ ਵੀ ਬਹੁਤ ਸਾਰੇ ਆਰਕਾਈਵਸ ਪਏ ਨੇ ਡਿਫਰੈਂਟ। ਹਾਂ ਲੁਧਿਆਣਾ ਏਜੰਸੀ ਦੇ ਅੰਡਰ
1802 ਤੋਂ 1838 ਤੱਕ ਇਹ ਸਾਰਾ ਪਿਆ ਹੈ, ਹਾਂ ਠੀਕ ਹੈ। ਇਹ ਔਰ ਅੰਦਰ ਉਸ ਚੀਜ਼ ਦੇ ਅੰਦਰ ਜੋ ਕੁਝ ਹੈ ਉਹ ਫਾਰਸੀ ਚ ਹੈ। ਸੋ ਹਾਂ ਠੀਕ ਹੈ ਦਿਸ ਟਾਈਟਲ ਵਾਸ ਗਿਵਨ ਬਾय ਅ ਗਵਰਨਮੈਂਟ ਆਫਿਸ ਕਿ ਬਈ ਇਹ ਇਸ ਕੈਟਾਗਰੀ ਦੇ ਅੰਦਰ ਸਾਡੇ ਕੋਲ ਸਾਡੇ ਵੱਲੋਂ ਹੀ ਅਸਾਈਨ ਹੋਇਆ ਹੋਇਆ। ਹਾਂਜੀ, ਸੋ ਇਟਸ ਓਕੇ। ਆਈ ਥਾਟ ਕਿ ਇਹ ਅਗਰ ਪਾਰਟਿਕੂਲਰ ਉਸ ਟਾਈਮ ਦਾ ਹੈਗਾ, ਬਿਕੋਜ਼ 1850 ਦੇ 54 ਦੇ ਕਰੀਬ ਲੁਧਿਆਣਾ ਮਿਸ਼ਨ ਕਰਕੇ, ਕ੍ਰਿਸਚੀਅਨ ਮਿਸ਼ਨ ਜਿਹੜਾ ਸੀ, ਉਹਦੇ ਛਤਰ ਛਾਇਆ ਹੇਠ ਪੰਜਾਬ ਨੂੰ ਕਾਫੀ ਜ਼ਿਆਦਾ ਉਹਨਾਂ ਨੇ 15-20 ਸਾਲ ਤੋਂ ਮੈਨੇਜ ਕੀਤੀ ਰੱਖਿਆ। ਸੋ ਆਈ ਵਾਸ ਜਸਟ ਥਿੰਕਿੰਗ ਕਿ ਉਹ ਉਸ ਦੇ ਨਾਲ ਕੁਝ ਰਿਲੇਸ਼ਨਸ਼ਿਪ ਨਾ ਹੋਵੇ। ਨਹੀਂ, ਉਸ ਨਾਲ ਨਹੀਂ ਹੈ। ਇਹ ਤੇ ਇਹ ਟਾਈਟਲ ਸਾਡੀ ਉਸ ادارے ਨੇ ਦਿੱਤਾ ਹੋਇਆ ਹੈ ਕਿ ਵੀ ਉੱਥੇ ਕਈ ਆਰਕਾਈਵਸ ਪਈਆਂ ਨੇ ਡਿਫਰੈਂਟ। ਸੋ ਦਿਸ ਇਜ਼ ਅ ਸੈਕਸ਼ਨ, ਔਰ ਉਸ ਸੈਕਸ਼ਨ ਦਾ ਉਹਨਾਂ ਨੇ ਟਾਈਟਲ ਦਿੱਤਾ ਹੋਇਆ ਹੈ ਕਿ ਲੁਧਿਆਣਾ ਏਜੰਸੀ ਟਾਈਟਲ ਦੇ ਕੇ ਉਹਨਾਂ ਨੇ ਥੱਲੇ ਅੱਡ ਕੇ ਇੰਡੈਕਸ ਬਣਾਏ ਹੋਏ ਨੇ। ਬਹੁਤ ਅੱਛਾ ਜੀ, ਬਹੁਤ ਅੱਛਾ ਜੀ। ਥੈਂਕ ਯੂ ਸੋ ਮਚ ਜੀ। ਸੌਰੀ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਥੈਂਕ ਯੂ ਜੀ। ਮਨਜੀਤ ਸਿੰਘ ਜੀ। ਆਦਾਬ ਡਾਕਟਰ ਫਰੀਦ। ਆਦਾਬ ਸਰ। ਤੁਹਾਡੇ ਤੱਕ ਛੋਟਾ ਜਿਹਾ ਕੁਐਸਚਨ ਹੈ ਜੀ ਕਿ ਤੁਸੀਂ ਲਾਹੌਰ ਦੇ ਵਿੱਚ ਮੈਡੀਕਲ ਕਾਲਜ ਦਾ ਜ਼ਿਕਰ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ। ਉਦੋਂ ਕਿਹੜਾ ਮੈਡੀਸਨ ਦਾ ਕਿਹੜਾ ਸਿਸਟਮ ਫਾਲੋ ਕੀਤਾ ਜਾਂਦਾ, ਇਹਦੇ ਬਾਰੇ ਕੁਝ ਤੁਹਾਨੂੰ ਨੌਲੇਜ ਹੈਗੀ ਹੈ ਜੀ? ਇਹਦੇ ਬਾਰੇ ਚ ਸਰ ਉਸ ਖੱਤ ਦੇ ਅੰਦਰ ਤੇ ਨਹੀਂ ਲਿਖਿਆ ਹੋਇਆ। ਹਾਂਜੀ। ਇਹ ਤੇ ਉਹ ਹੁਣ ਉਹ ਸਾਰਾ ਬੰਡਲ ਖੁੱਲਿਆ ਜਾਏਗਾ ਔਰ ਫਿਰ ਮੈਡੀਕਲ ਦੀ ਸਾਰੀ ਕਿ ਵੀ ਕੌਣ ਸੇ ਰਿਸਰਚ ਕਰਾਂਗੇ ਕਿ ਕਿਹੜਾ ਕੋਰਸ ਕਿਹੜੇ ਬੱਚੇ ਸਨ। ਲੇਕਿਨ ਉਹ ਲੈਟਰ ਜ਼ਰੂਰ ਮੌਜੂਦ ਹੈ ਕਿ ਰਿਕੁਐਸਟ ਲੈਟਰ ਹੈ 5 ਬੱਚਿਆਂ ਦਾ ਫॉर ਐਡਮਿਸ਼ਨ ਇਨ ਦਾ ਮੈਡੀਕਲ ਕਾਲਜ। ਠੀਕ ਹੈ, ਹੁਣ ਉਹ ਬੱਚੇ ਦਾਖਲ ਵੀ ਹੋਏ, ਉਹਨਾਂ ਨੇ ਪੜ੍ਹਿਆ। ਉਹ ਹੁਣ ਅਸੀਂ ਅੱਗੇ ਫਿਰ ਉਹਨੂੰ ਖੋਲ ਕੇ ਦੇਖਾਂਗੇ ਕਿ ਬਈ ਕੀ ਪੜ੍ਹਿਆ ਔਰ ਕਿਦੋਂ ਕਿਹੜਾ ਮੈਡੀਕਲ ਸਕੂਲ ਸੀ, ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਤੱਕ ਪੜ੍ਹਦੇ ਰਹੇ। ਇਹ ਤੇ ਸਰ ਰਿਕਾਰਡ ਖੋਲ ਕੇ ਹੀ ਪਤਾ ਲੱਗੇਗਾ ਸਰ। ਠੀਕ ਹੈ, ਥੈਂਕ ਯੂ। ਥੈਂਕ ਯੂ ਸਰ। ਡਾਕਟਰ ਕਾਬਲ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹਨਾਂ ਦਾ ਇਹਨਾਂ ਦਾ ਬਹੁਤ, ਡਾਕਟਰ ਫਰੀਦ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਇਹਨਾਂ ਨੇ ਆ ਕੇ ਤੇ ਸਾਨੂੰ ਇੰਨਾ ਜਾਣ ਪਾਇਆ। ਮੇਰਾ ਜਿਹੜਾ ਕੁਐਸਚਨ ਨਹੀਂ ਜੀ, ਮੇਰਾ ਇੱਕ ਜਸਟ ਮੇਰੇ ਜਿੱਥੋਂ ਤੱਕ ਮੇਰੀ ਅੰਡਰਸਟੈਂਡਿੰਗ ਹੋਈ ਆ, ਇੱਕ ਕੁਐਸਚਨ ਆਇਆ ਸੀ ਜ਼ਿਮੀਂਦਾਰਾਂ ਦੇ ਬਾਰੇ। ਤੇ ਇਹਨਾਂ ਕਿਹਾ ਵੀ ਉਹਨਾਂ ਜ਼ਿਮੀਂਦਾਰਾ ਸਿਸਟਮ ਬੜਾ ਪ੍ਰਮੋਟ ਕੀਤਾ ਸੀ। ਮੇਰੇ ਜਿਹੜੀ ਬਾਬਾ ਬੰਦਾ ਬਹਾਦਰ ਸਿੰਘ ਨੇ, ਬੰਦਾ ਬਹਾਦਰ ਨੇ ਜ਼ਿਮੀਂਦਾਰਾ ਸਿਸਟਮ ਸੀ ਕਿ ਉਹ ਜਿਹੜਾ ਉਹਨਾਂ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਇਹ ਸੀ ਕਿ ਜ਼ਮੀਨ ਜਿਹੜੀ ਸੀ ਕਿ ਉਹ ਬਹੁਤ, ਜਿਵੇਂ ਪਿੰਡਾਂ ਦੇ ਪਿੰਡ ਉਹ ਇੱਕ ਓਨਰ ਦੇ ਹੁੰਦੇ ਸੀ, ਬਹੁਤ ਵੱਡੇ ਵੱਡੇ ਜ਼ਿਮੀਂਦਾਰ। ਤੇ ਬੰਦਾ ਬਹਾਦਰ ਨੇ ਕੋਸ਼ਿਸ਼ ਇਹ ਕੀਤੀ ਸੀ ਕਿ ਉਹ ਜਿਹੜੇ ਫਾਰਮਰਸ ਨੇ ਨਾ, ਉਹਨਾਂ ਨੂੰ ਜ਼ਮੀਨ ਜਾਏ। ਸੋ ਮਹਾਰਾਜਾ ਰਣਜੀਤ ਸਿੰਘ ਨੇ ਫਾਰਮਿੰਗ, ਤੇ ਮੇਰੀ ਜਿਹੜੀ ਸਮਝ ਆਈ ਆ ਕਿ ਇਹਨਾਂ ਕਿਹਾ ਵੀ ਉਹਨਾਂ ਫਾਰਮਿੰਗ ਬੜੀ ਪ੍ਰਮੋਟ ਕੀਤੀ ਆ। ਪਰ ਇਹਦੇ ਚ ਮੈਨੂੰ ਥੋੜੀ ਜਿਹੀ ਕਨਫਿਊਜ਼ਨ ਲੱਗਦੀ ਆ ਕਿ ਜ਼ਿਮੀਂਦਾਰਾ ਤੇ ਫਾਰਮਿੰਗ ਜਿਹੜੀਆਂ ਨਾ ਉਹ ਡਿਫਰੈਂਟ ਟਰਮ ਨੇ। ਜ਼ਿਮੀਂਦਾਰਾ ਸਿਸਟਮ ਤੇ ਜ਼ਿਮੀਂਦਾਰੀ, ਜ਼ਿਮੀਂਦਾਰੀ ਜਿਹੜੀ ਆ ਉਹ ਮੇਰੇ ਖਿਆਲ ਚ, ਮੈਨੂੰ ਉਰਦੂ ਬਾਹਲਾ ਨਹੀਂ ਪਤਾ, ਉਹ ਇਹਦੀ ਫਾਰਮਿੰਗ। ਮੈਂ ਐਗਰੀ ਕਰਦਾ। ਜ਼ਿਮੀਂਦਾਰਾ ਸਿਸਟਮ ਆ ਲੈਂਡ ਓਨਰਸ਼ਿਪ ਬਾਈ ਲਾਰਜ। ਆਈ ਐਗਰੀ ਵਿਦ ਯੂ ਸਰ, ਆਈ ਐਗਰੀ ਵਿਦ ਯੂ। ਔਰ ਮੈਂ ਹੀ ਕਿਹਾ ਕਿ ਜ਼ਿਮੀਂਦਾਰੀ ਜਿਹੜੀ ਉਹਨਾਂ ਨੇ ਆਪਣੀ ਆਵਾਮ ਲਈ ਜੋ ਰਿਫਾਰਮਸ ਨੇ ਉਹ ਲੈ ਕੇ ਆਏ ਨੇ। ਠੀਕ ਹੈ ਨਾ, ਕਿ ਮੈਂ ਕਿਸਾਨਾਂ ਨੂੰ ਖੁਸ਼ਹਾਲ ਕਿਸ ਤਰ੍ਹਾਂ ਕਰਾਂ। ਹਾਂਜੀ ਹਾਂਜੀ, ਠੀਕ ਹੈ, ਉਹ ਰਿਫਾਰਮਸ ਨੇ ਸਰ। ਕਿਉਂਕਿ ਕੁਐਸਚਨ ਥੋੜਾ ਡਿਫਰੈਂਟ ਸੀ। ਮੈਂ ਸੋਚਿਆ ਕਿ ਥੋੜਾ ਜਿਹਾ ਕਲੀਅਰ ਕਰ ਦਿੱਤਾ ਜਾਵੇ ਕਿ ਉਹ ਸੀ ਕਿ ਵੱਡੇ ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਲੈ ਕੇ ਤੇ ਜਿਹੜੇ ਕਲਟੀਵੇਟਰ ਨੇ, ਮੈਂ ਫਾਰਮਰਸ ਨੇ, ਉਹਨਾਂ ਨੂੰ ਮੈਂ ਫਿਰ ਅਰਜ਼ ਕਰਾਂ ਕਿ ਮੈਂ ਉੱਥੇ ਕਮ ਸੇ ਕਮ 2 ਜਾਂ 3 ਦਫਾ ਚੱਕਰ ਲਗਾਇਆ ਹੈ। ਠੀਕ ਹੈ, ਔਰ ਮੈਂ 3 ਦਫਾ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ 5 ਬੈਗ ਖੋਲ ਕੇ ਉਹਨਾਂ ਦੇ ਸਰਸਰੀ ਡਾਕੂਮੈਂਟਸ ਚੈੱਕ ਕਰਕੇ ਇੱਕ ਬੰਡਲ 'ਚ ਕਈ 100 ਡਾਕੂਮੈਂਟਸ ਨੇ। ਠੀਕ ਹੈ, ਔਰ ਉਹ ਸਾਰੇ ਬੰਡਲ ਇੰਝ ਪਏ ਨੇ ਜਿਵੇਂ ਤੁਸੀਂ ਘਰ ਦੇ ਅੰਦਰ ਬਿਲਕੁਲ ਕਿਤਾਬਾਂ ਸੁੱਟ ਦਿੰਦੇ ਹੋ ਨਾ, ਇਸ ਤਰ੍ਹਾਂ ਚੀਜ਼ਾਂ ਪਈਆਂ ਨੇ ਸਰ। ਠੀਕ ਹੈ, ਉਹਨਾਂ ਨੂੰ ਉਤਾਰ ਕੇ ਹੁਣ ਉਹਨਾਂ ਨੇ ਸ਼ੈਲਫਾਂ 'ਚ ਰੱਖਿਆ ਹੋਇਆ ਹੈ ਔਰ ਸਭ ਚੀਜ਼ਾਂ ਕਰ ਰਹੇ ਨੇ। ਔਰ ਜਦੋਂ ਮੈਂ ਗਿਆ ਸੀ ਉਦੋਂ ਦੈਟ ਏਰੀਆ ਵਾਸ ਬੀਇੰਗ, ਉਹ ਰੰਗੋ ਰੋਗਨ ਕਰ ਰਹੇ ਸਨ। ਠੀਕ ਹੈ, ਅਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਇਹ ਚੀਜ਼ਾਂ ਕਢਾਈਆਂ ਔਰ ਮੈਂ ਦੇਖਿਆ। ਫਿਰ ਮੈਂ ਇੱਥੇ ਵੀ ਆਉਣਾ ਸੀ, ਜ਼ਾਹਿਰ ਹੈ ਮੇਰੇ ਕੋਲ
ਤੇ ਮੈਂ ਇਹ ਤੁਹਾਡੀ ਗੱਲਾਂ ਸਾਰੀਆਂ ਬਿਲਕੁਲ ਠੀਕ ਨੇ ਔਰ ਇਹਦੇ ਤੇ ਕੰਮ ਹੋਏਗਾ ਔਰ ਚੀਜ਼ਾਂ ਇਹ ਤੇ ਜਸਟ ਕਹਿ ਲਓ ਕਿ ਆਟੇ 'ਚ ਨਮਕ ਵਾਲਾ ਹਿਸਾਬ ਏ। ਇਹ ਤੇ ਜਦੋਂ ਚੀਜ਼ਾਂ ਖੁੱਲਣਗੀਆਂ ਤੇ ਬਹੁਤ ਜ਼ਿਆਦਾ ਚੀਜ਼ਾਂ ਸਾਹਮਣੇ ਆਉਣਗੀਆਂ। ਠੀਕ ਹੈ ਨਾ ਜੀ। ਹਾਂਜੀ, ਮੇਰਾ ਛੋਟੀ ਜੀ ਕਮੈਂਟ ਹੀ ਸਮਝ ਲਓ ਜੀ ਕਿ ਰਿਕੁਐਸਟ ਹੈ ਸੁਸਾਇਟੀ ਨੂੰ ਕਿ ਅਸੀਂ ਸਾਰੇ ਥੋੜੀ ਜਿਹੀ ਹਿੰਮਤ ਮਾਰ ਕੇ ਤੇ ਇਹਨਾਂ ਨੂੰ ਹੈਲਪ ਦੀ, ਡਾਕਟਰ ਫਰੀਦ ਜਾਂ ਇਹਨਾਂ ਨੂੰ ਹੋਰ ਜਿੰਨੇ ਲੋਕਾਂ ਨੇ ਇਨਵੋਲਵ ਨੇ, ਇਹਨਾਂ ਦੀ ਹੈਲਪ ਕਰਨ ਦੀ SGP ਦੇ ਥਰੂ, ਸੁਸਾਇਟੀ ਦੇ ਥਰੂ ਜਾਂ ਹੋਰ ਵੀ ਵਸੀਲੇ ਵਰਤ ਕੇ ਤੇ ਜਿੰਨੀ ਹੈਲਪ ਹੋ ਸਕੇ ਇਹਨਾਂ ਦੀ ਉਹ ਕਰੀਏ। ਇਹ ਮੇਰੀ ਇੱਕ ਕਿਸਮ ਦੀ ਰਿਕੁਐਸਟ ਹੈ ਜੀ। ਧੰਨਵਾਦ ਹੈ। ਜੀ। ਬਹੁਤ ਡਾਕਟਰ ਬਹੁਤ ਸਾਹਿਬ ਮੈਂ ਜੀ, ਡਾਕਟਰ ਸਾਹਿਬ ਮੈਂ ਅਸੀਂ- ਸਾਰੇ ਕੁਐਸਚਨਸ ਜੋ ਹਲੇ ਤੱਕ ਆਏ ਨੇ ਮੈਂ ਸਾਰੇ ਨੋਟ ਕੀਤੇ ਨੇ ਔਰ ਤੁਸੀਂ ਮੈਂ ਹੁਣ ਅਗਰ ਇਸ ਪ੍ਰੋਜੈਕਟ ਲਈ ਅਗਰ ਇਹ ਮੈਚੁਰ ਹੋ ਜਾਂਦਾ ਹੈ ਤੇ ਜਦੋਂ ਲਾਹੌਰ ਜਾਵਾਂਗਾ ਉਹ ਤੁਸੀਂ ਫਿਕਰ ਨਾ ਕਰੋ, ਹਰ ਚੀਜ਼ ਬਲੈਕ ਐਂਡ ਵਾਈਟ ਪੇਪਰ ਹਰ ਚੀਜ਼ ਤੁਹਾਡੇ ਤੱਕ ਪਹੁੰਚੇਗੀ। ਅਸੀਂ ਨੇ ਆਲਰੇਡੀ ਇਸ ਉਹ ਗੱਲ ਮੇਰਾ ਤੇ ਔਰ ਤੁਹਾਡਾ ਰਿਕੁਐਸਟ ਕਰ ਚੁੱਕੇ ਹਾਂ ਜੀ। ਡਾਕਟਰ ਫਰੀਦ ਨੂੰ ਅਸੀਂ ਆਲਰੇਡੀ ਇਸ ਗੱਲ ਤੇ ਰਿਕੁਐਸਟ ਕਰ ਚੁੱਕੇ ਹਾਂ ਕਿ ਸਾਨੂੰ ਇਹਦੇ ਬਾਰੇ ਫਾਈਨੈਂਸ਼ੀਅਲ ਪ੍ਰਪੋਜ਼ਲ ਵੀ ਦਿਓ ਤੇ ਕਿੰਨਾ ਚਾਹੀਦਾ ਤਾਂ ਕਿ ਅਸੀਂ ਫਿਰ ਉਸ ਹਿਸਾਬ ਨਾਲ ਅਸੀਂ ਦੇਖ ਸਕੀਏ। ਇਹ ਜਿੰਨਾ ਤੁਹਾਡਾ ਕੰਮ ਹੈ ਉਹਨਾਂ ਮੇਰਾ ਕੰਮ ਹੈ ਸਰ। ਠੀਕ ਹੈ ਡਾਕਟਰ ਧੰਨਵਾਦ ਜੀ। ਜਸਵੰਤ ਸਿੰਘ ਜੀ। ਡਾਕਟਰ ਸਾਹਿਬ ਅਨਮਿਊਟ ਕਰ ਲਓ ਜੀ ਪਲੀਜ਼। ਹਾਂਜੀ ਸੈਯਦ ਸਾਹਿਬ ਬੜਾ ਇੰਟਰਸਟਿੰਗ ਤੁਹਾਡਾ ਟੌਪਿਕ ਹੈ ਜੀ, ਬਹੁਤ ਅੱਛਾ ਲੱਗਿਆ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇੱਥੇ ਅਮਰੀਕਾ ਵਿੱਚ ਇੱਕ ਇੰਸਟੀਚਿਊਟ ਹੈ ਜਾਂ ਇੱਕ ਆਰਗੇਨਾਈਜੇਸ਼ਨ ਹੈ ਸਿੱਖਾਂ ਨਾਲ ਰਨ ਕਰਦੇ ਆ ਤੇ ਉਹਦਾ ਨਾਮ ਹੈ ਸਿੱਖ ਰਿਸਰਚ ਇੰਸਟੀਚਿਊਟ। ਅੱਛਾ ਜੀ। ਤੇ ਉਹ ਡਿਜੀਟਲਾਈਜੇਸ਼ਨ ਦਾ ਹੀ ਕੰਮ ਕਰਦੇ ਆ ਪ੍ਰਾਇਮਰੀਲੀ। ਉਹਨਾਂ ਦਾ ਫੰਕਸ਼ਨ ਇਹ ਹੀ ਹੈ ਕਿ ਜਿੰਨੇ ਵੀ ਸਿੱਖੀ ਰਿਲੇਟਡ ਡਾਕੂਮੈਂਟਸ ਹੈਗੇ ਕਿਤੇ ਵੀ ਪੰਜਾਬ 'ਚ ਜਾਂ ਇੰਡੀਆ ਜਿੱਥੇ ਕਿਤੇ ਵੀ ਹੈਗੇ ਉਹ ਡਿਜੀਟਲਾਈਜ਼ ਕੀਤਾ ਜਾਵੇ। ਤੇ ਮੈਂ ਡਾਕਟਰ ਜਗਜੀਤ ਸਿੰਘ ਜੀ ਨੂੰ ਮੇਰੇ ਖਿਆਲ ਪਤਾ ਹੀ ਹੋਣਾ ਹੈ, ਉਹਦਾ ਹਾਂਜੀ ਹਰਿੰਦਰ ਹੋਰਾਂ ਦਾ, ਹਾਂਜੀ, ਵੀ ਕਿਸੇ ਤਰੀਕੇ ਨਾਲ ਉਹਨੂੰ ਕੰਟੈਕਟ ਕਰ ਲਿਆ ਜਾਵੇ ਕਿਉਂਕਿ ਦਿਸ ਇਜ਼ ਆਲ देयर ਆਬਜੈਕਟਿਵ ਇਸ ਕਿ ਕਿਸੇ ਤਰੀਕੇ ਨਾਲ ਜਿਹੜੇ ਰੈਕਰਡਸ ਹਨ ਉਹਨਾਂ ਨੂੰ ਡਿਜੀਟਲਾਈਜ਼ ਕਰਕੇ ਤੇ ਸੇਵ ਕੀਤਾ ਜਾਏ ਬਿਕਾਜ਼ ਐਜ਼ ਯੂ ਸੈਡ ਦਿਸ ਇਜ਼ ਦੀ ਓਨਲੀ ਵੇ ਦੀ ਰੈਕਰਡਸ ਕੈਨ ਬੀ ਸੇਵਡ ਇਨ ਫਿਊਚਰ। ਤੇ ਇਹ ਮੇਰੀ ਰਿਕੁਐਸਟ ਸੀ ਕਿ ਹਰਿੰਦਰ ਸਿੰਘ ਨਾਲ ਜੇ ਗੱਲ, ਹੀ ਇਜ਼ ਦੀ ਡਾਇਰੈਕਟਰ ਐਂਡ ਹੀ ਇਜ਼ ਵੈਰੀ ਮਚ ਇਨਵੋਲਵਡ ਇਨ ਦਿਸ ਮੈਟਰ। ਹੁਣ ਮੈਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਤੇ ਇੰਡੀਆ ਕਰਕੇ ਵੈਦਰ ਇਟ ਵਿਲ ਬੀ ਪੋਸੀਬਲ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਉਹ ਫਾਰਸੀ 'ਚ ਹੈਗੇ ਜਾਂ ਪਰਸ਼ੀਅਨ 'ਚ ਹੈਗੇ, ਇਹ ਦੋ ਇਸ਼ੂ ਮੈਨੂੰ ਨਹੀਂ ਪਤਾ। ਬਟ ਆਈ ਥਿੰਕ ਜਗਜੀਤ ਜੀ ਬੀਇੰਗ ਇਨ ਅ ਪੋਜੀਸ਼ਨ I would sincerely request and hope ਕਿ ਇਸ ਚੀਜ਼ ਨੂੰ ਫਾਲੋ ਕੀਤਾ ਜਾਵੇ ਤੇ ਹਰਿੰਦਰ ਨਾਲ ਗੱਲ ਕੀਤੀ ਜਾਵੇ। ਥੈਂਕ ਯੂ। ਡਾਕਟਰ ਸਾਹਿਬ ਮੈਂ ਡੈਫੀਨਿਟਲੀ ਕਰਾਂਗਾ ਜੀ ਇਹਦਾ ਜਵਾਬ ਥੋੜਾ ਜਿਹਾ। ਹਾਂਜੀ ਹਾਂਜੀ ਮੈਂ ਸਰ ਇਹ ਡਿਜੀਟਲ ਸਕੈਨਰ ਪੰਜਾਬ ਯੂਨੀਵਰਸਿਟੀ 'ਚ ਪਿਆ ਹੋਇਆ ਔਰ ਆਈ ਟਰਾਈਡ ਮਾਈ ਬੈਸਟ ਕਿ ਸਕੈਨ ਹੋ ਜਾਏ। ਦੇ ਸੈਡ ਕਿ ਤੁਸੀਂ ਇਹ ਰਿਕਾਰਡ ਲੈ ਆਓ ਤੇ ਵਿਦਿਨ ਅ ਡੇ ਔਰ ਹਾਫ ਅਸੀਂ ਸਾਰਾ ਰਿਕਾਰਡ ਡਿਜੀਟਲਾਈਜ਼ ਕਰ ਦਾਂਗੇ। ਲੇਕਿਨ ਗਵਰਨਮੈਂਟ ਨੇ ਪਰਮਿਸ਼ਨ ਨਹੀਂ ਦਿੱਤੀ ਸੀ ਕਿ ਇਹ ਇੰਨਾ ਰੇਅਰ ਹੈ ਕਿ ਅਸੀਂ ਇਹਨੂੰ ਇਸ ਇਦਾਰੇ ਤੋਂ ਬਾਹਰ ਨਹੀਂ ਲਿਜਾ ਕੇ ਦੇ ਸਕਦੇ। ਠੀਕ ਹੈ, ਹੁਣ ਅਸੀਂ ਉੱਥੇ ਜਾ ਕੇ ਕਰਨਾ ਹੈ, ਉਹ ਇੱਕ ਹੋਰ ਇਸ਼ੂ ਹੈ। ਜ਼ਾਹਿਰ ਹੈ ਸਰ ਸਾਨੂੰ ਡਿਜੀਟਲ ਸਕੈਨਰ ਲਿਜਾਣੇ ਪੈਣਗੇ, ਉਹਦੀ ਪਰਮਿਸ਼ਨਸ ਲੈਣੀਆਂ ਪੈਣਗੀਆਂ, ਕੀ ਕਰਨਾ ਹੈ ਕੀ ਨਹੀਂ। ਦੈਟਸ ਐ ਡਿਫਰੈਂਟ ਇਸ਼ੂ ਸਰ। ਠੀਕ ਹੈ, ਠੀਕ, ਥੈਂਕ ਯੂ। ਹਾਂਜੀ ਰਣਜੀਤ ਸਿੰਘ ਜੀ ਤੁਸੀਂ ਕੁਝ ਹੈਂਡ ਰੇਜ਼ ਕੀਤਾ? ਹਾਂਜੀ ਅਨਮਿਊਟ ਕਰ ਲਓ ਜੀ ਪਲੀਜ਼, ਤੁਸੀਂ ਮਿਊਟਡ ਹੋ। ਹਾਂਜੀ ਹਾਂਜੀ ਡਾਕਟਰ ਫਰੀਦ ਹੁਣੀ ਬਹੁਤ ਵਧੀਆ, ਮੇਰੇ ਖਿਆਲ ਕਈ ਪੁਆਇੰਟ ਤੁਸੀਂ ਵੀ ਨੋਟ ਕੀਤੇ ਹੋਣੇ ਜਿਹੜੇ ਸਾਡੇ ਲਈ ਬਿਲਕੁਲ ਨਵੇਂ ਨੇ। ਅਸੀਂ ਇਹਨਾਂ ਬਾਰੇ ਨਹੀਂ ਸੀ ਜਾਣਦੇ, ਪਾਰਟਿਕੂਲਰਲੀ ਜਿਹੜਾ ਇਹਨਾਂ ਨੇ ਐਜੂਕੇਸ਼ਨ ਦੇ ਬਾਰੇ ਕਿਹਾ ਕਿ ਅੱਜ ਕੱਲ੍ਹ ਜੋ ਐਜੂਕੇਸ਼ਨ ਸਿਸਟਮ ਹੈ ਉਹ ਸਟਿਲ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਆਲਰੇਡੀ ਸਰ। ਔਰ ਇਹ ਮੈਂ ਕਿਸੇ ਇੱਕ ਇੰਗਲਿਸ਼ ਬੁੱਕ ਦੇ ਵਿੱਚੋਂ ਵੀ ਪੜ੍ਹਿਆ ਸੀ ਜਿਨ੍ਹਾਂ ਨੇ ਇੱਕ ਡਾਕਟਰ ਨੇ ਰੈਫਰੈਂਸ ਦਿੱਤੇ ਸੀ। ਅਸੀਂ ਹੁਣ ਤਾਈਂ ਉਹ ਹੀ ਫੋਲੋ ਕਰ ਰਹੇ ਹਾਂ। ਔਰ ਇੰਗਲਿਸ਼ ਪੀਪਰਸ ਜਿਹੜੇ ਉਹ ਕਹਿੰਦੇ ਨੇ ਕਿ ਤੁਸੀਂ ਹਜੇ ਤਾਈਂ ਕੀ ਖੱਟਿਆ, ਅਸੀਂ ਤਾਂ ਉਹਨਾਂ ਨੂੰ ਫੋਲੋ ਕੀਤਾ। ਮੇਰਾ ਇੱਕੋ ਕੁਐਸਚਨ ਛੋਟਾ ਜਿਹਾ ਜੀ ਕਿ ਇਹਨਾਂ ਨੇ ਡਾਕੂਮੈਂਟਸ ਦੇ ਵਿੱਚ ਕੋਈ ਐਸਾ ਡਾਕੂਮੈਂਟ ਵੀ ਫਾਈਂਡ ਆਊਟ ਕੀਤਾ ਜਾਂ ਲੱਭਿਆ ਅੱਜ ਤੱਕ ਇਹਨਾਂ ਨੂੰ ਜਿਹਦੇ 'ਚ ਮਹਾਰਾਜਾ ਸਾਹਿਬ ਦਾ ਪਰਸਨਲ ਲਾਈਫ ਦੇ ਬਾਰੇ ਕੁਛ ਡਿਕਟੇਸ਼ਨ ਹੋਵੇ? ਕਿਉਂਕਿ ਸਾਡੇ ਜਿੰਨੇ ਵੀ ਨਵੇਂ ਰਾਈਟਰਸ ਨੇ
ਖਾਸ ਕਰ ਥੋੜੀ ਦੇਰ ਪਹਿਲਾਂ ਇੱਕ ਉਹ ਸੜਕਨਾਮਾ ਨਾਮ ਦਾ ਇੱਕ ਇੱਥੇ ਰਾਈਟਰ, ਉਹਨੇ ਕੋਈ ਐਸੀ ਬੁੱਕ ਲਿਖੀ ਜਿਹਦੇ ਨਾਲ ਕੋਈ ਨੈਗੇਟਿਵਿਟੀ ਸ਼ੋ ਹੁੰਦੀ ਹੈ। ਮਤਲਬ ਅਸਲੀਅਤ ਦਾ ਕੋਈ ਉਸ ਟਾਈਮ ਦਾ ਜੋ ਪਰਸ਼ੀਅਨ ਦੇ ਵਿੱਚ ਕੋਈ ਲਿਖਿਆ ਹੋਵੇ ਉਹਨਾਂ ਦੀ ਪਰਸਨਲ ਲਾਈਫ ਦੇ ਬਾਰੇ, ਤਾਂ ਕਿ ਅਸੀਂ ਜਾਣ ਸਕੀਏ। ਡਾਕਟਰ ਸਾਹਿਬ ਇੱਕ ਡਾਕੂਮੈਂਟ ਹੈ ਜੋ ਮੇਰੀ ਨਜ਼ਰ ਤੋਂ ਗੁਜ਼ਰਿਆ, ਹੋਰ ਵੀ ਹੋਣਗੇ ਚੀਜ਼ਾਂ ਨਿਕਲਣਗੀਆਂ। ਇੱਕ ਹੈ ਮਹਾਰਾਜਾ ਦੀ ਪਰਸਨਲ ਲਾਇਬ੍ਰੇਰੀ ਦੇ ਅੰਦਰ ਕਿਹੜੀ ਕਿਹੜੀ ਕਿਤਾਬ, ਕਿਹੜੇ ਕਿਹੜੇ ਮਜ਼ਹਬ ਦੀ ਕਿਤਾਬ, ਔਰ ਤੁਹਾਨੂੰ ਇੱਕ ਗੱਲ ਵੀ ਦੱਸਦਾ ਕਿ ਉਹਨਾਂ ਦੀ ਲਾਇਬ੍ਰੇਰੀ 'ਚ ਕਮ ਅਜ਼ ਕਮ 4 ਜਾਂ 5 ਵੋਲੀਅਮਸ ਨੁਸਖੇ ਜਿਹੜੇ ਸਨ ਉਹ ਕੁਰਾਨ ਦੇ ਵੀ ਪਏ ਹੋਏ ਸਨ, ਠੀਕ ਹੈ, ਔਰ ਬਾਕੀ ਬਾਈਬਲਸ ਔਰ ਬਾਕੀ ਪਰਸਨਲ ਲਾਇਬ੍ਰੇਰੀ ਦੀ ਡਿਟੇਲ ਮੌਜੂਦ ਹੈ ਸਰ। ਤੇ ਪਰਸਨਲ ਲਾਇਬ੍ਰੇਰੀ ਤੇ ਜੀ, ਲਾਹੌਰ ਮਹਾਰਾਜਾ ਦੀ ਜੀ ਸੈਪਰੇਟ? ਮਹਾਰਾਜਾ ਦੀ ਆਪਣੀ ਲਾਇਬ੍ਰੇਰੀ, ਦਾਇਰਾ ਘਰ 'ਚ ਹਰ ਬੰਦੇ ਦੀ ਲਾਇਬ੍ਰੇਰੀ ਹੁੰਦੀ ਹੈ ਸਰ। ਹਾਂਜੀ, ਉਹਦਾ ਕੋਈ ਤੁਸੀਂ ਉਹਦੇ ਡਾਕੂਮੈਂਟੇਸ਼ਨ ਹੈ ਕਿ ਮਹਾਰਾਜ ਜੀ ਦੀ ਇਹ ਲਾਇਬ੍ਰੇਰੀ ਸੀ ਔਰ ਇਹਦੇ ਅੰਦਰ ਇਹ ਕਿਤਾਬਾਂ ਮੌਜੂਦ ਸਨ। ਉਹਦੇ ਜਿਹੜੀਆਂ ਨਹੀਂ, ਜਿਹੜਾ ਪਰਸਨਲ ਉਹਨਾਂ ਤੋਂ ਭਾਵ ਉੱਠ ਰਿਹਾ, ਜਿਹੜਾ ਉਹ ਕਿਤਾਬ ਦੀ ਰੈਫਰੈਂਸ ਦੇ ਰਿਹਾ, that is his relationship with his wives and others, ਤੇ ਉਹ ਜਿਹੜਾ ਹੈ ਉਹਦੇ ਬਾਰੇ ਉਹ ਮੇਰੀ ਨਜ਼ਰ ਤੋਂ ਨਹੀਂ ਗੁਜ਼ਰੇ, ਉਹ ਵੀ ਹੋਣਗੇ, ਲੇਕਿਨ ਫਿਲਹਾਲ ਚੂੰਕਿ ਗਵਰਨੈਂਸ ਰਿਕਾਰਡਸ ਨੇ ਸਾਰੇ ਤੇ ਆਪਣਾ ਔਰ ਕੋਰਟ ਡਿਸੀਜਨਸ ਨੇ ਉਹਨਾਂ ਦਾ, ਤੁਸੀਂ ਦੇਖੋ ਉਹਨਾਂ ਦਾ ਟਾਈਟਲ ਜਿਹੜਾ ਦਿੱਤਾ ਗਿਆ ਉਹ ਵੀ ਲੁਧਿਆਣਾ ਏਜੰਸੀ ਦੇ ਰਿਕਾਰਡਸ ਨੇ। ਪਰਸਨਲ ਕੋਈ ਚੀਜ਼ ਐਸੀ ਸਾਹਮਣੇ ਨਹੀਂ ਆਈ। ਪਰਸਨਲ ਲਾਇਬ੍ਰੇਰੀ ਦਾ ਕੋਈ ਤੁਸੀਂ ਦੇ ਸਕਦੇ ਹੋ ਐਡਰੈਸ? ਪਰਸਨਲ ਮੈਂ ਸਰ ਤੁਹਾਨੂੰ ਦੱਸਿਆ ਕਿ ਇੱਕ ਡਾਕੂਮੈਂਟ ਮੇਰੇ ਸਾਹਮਣੇ ਆਇਆ ਸੀ, ਉਹਨਾਂ ਦੇ ਲਾਇਬ੍ਰੇਰੀ ਦੇ ਅੰਦਰ ਕਿ ਜੀ ਪਤਾ ਨਹੀਂ 350-400 ਕਿਤਾਬਾਂ ਨੇ ਔਰ 400-500 ਕਿਤਾਬਾਂ ਦੇ ਅੰਦਰੋਂ 2 ਨੁਸਖੇ 3 ਨੁਸਖੇ ਕੁਰਾਨ ਦੇ ਵੀ ਸਨ, ਬਾਈਬਲ ਦੇ ਵੀ ਸਨ। ਇਹ ਸਾਰੀ ਡਿਟੇਲ ਮੌਜੂਦ ਹੈ ਸਰ। ਠੀਕ, ਥੈਂਕ ਯੂ। ਹਾਂਜੀ, ਐਨੀਬਡੀ? ਜੋਗਿੰਦਰ ਸਿੰਘ ਜੀ ਪਲੀਜ਼। ਹਾਂਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੇਰਾ ਕੁਐਸਚਨ ਕੀ ਕੰਸਰਨ ਹੀ ਹੈ ਕਿ ਇਹ ਬਹੁਤ ਵਧੀਆ ਜਿਹੜੀ ਅੱਜ ਦੀ ਅਵੇਅਰਨੈਸ ਹੋ ਰਹੀ ਆ, ਇਹ ਸ਼ੁਰੂ 'ਚ ਜੋ ਕੁਛ ਇੰਨਾ ਕੁਛ ਅਸੀਂ ਜਾਣਿਆ, ਇਹਨੂੰ ਹੋਰ ਅਵੇਅਰਨੈਸ ਨੂੰ ਕਿੱਦਾਂ ਅੱਗੇ ਵਧਾਇਆ ਜਾਵੇ, ਕੀ ਹੋਰ ਸੋਰਸਸ ਜਿਹੜੇ ਜੁਟਾਏ ਜਾਣ, ਕਿਉਂਕਿ ਇਹ ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜੀ ਇਹ ਬੜੇ ਲੋਕ ਵਿਦਵਾਨ ਬੈਠੇ ਆ ਔਰ ਬਹੁਤ ਉਸ ਟਾਈਮ ਦੇ ਅਜੇ ਤੱਕ ਵੀ ਕਈ ਲੋਕਾਂ ਕੋਲ ਉਹ ਪ੍ਰੂਫ ਵੀ ਮੌਜੂਦ ਨੇ, ਉਹਨਾਂ ਨੂੰ ਇਕੱਤਰ ਕਰਨ ਲਈ ਜਾਂ ਇਹ ਜਾਣਕਾਰੀ ਨੂੰ ਹੋਰ ਵਧਾਉਣ ਲਈ ਕੀ ਰਿਸੋਰਸ, ਕੀ ਆਪਾਂ ਵਸੀਲੇ ਜਤਾ ਸਕਦੇ ਹਾਂ ਕਿ ਜਿਹਦੇ ਨਾਲ ਇਹ ਹੋਰ ਵੀ ਇਹਨੂੰ ਇੰਟਰਨੈਸ਼ਨਲੀ ਜਿਹੜਾ ਕਿ ਹੋਰ ਵੀ ਲੋਕਾਂ ਤੇ ਜਾਣਕਾਰੀ 'ਚ ਵਾਧਾ ਹੋਵੇ, ਕਿਉਂਕਿ ਇਹ ਬੜਾ ਹੀ ਮਹੱਤਵਪੂਰਨ ਟੌਪਿਕ ਹੈ ਕਿ ਇਹਦੇ ਵਿੱਚ ਹਰ ਕੋਈ ਚਾਹੁੰਦਾ ਹੈ, ਕਿਉਂਕਿ ਉਹ ਇੱਕ ਐਸਾ ਰਾਜ ਸੀ ਜਿਹਨੂੰ ਕਿ ਹਰ ਕੋਈ ਚਾਹੁੰਦਾ ਵੀ ਇਹਦੀ ਪੂਰੀ ਹਿਸਟਰੀ, ਇਹਦਾ ਪੂਰੀ ਜਾਣਕਾਰੀ ਜਿਹੜੀ ਆ ਹਰ ਇੱਕ ਜਾਣਨਾ ਚਾਹੁੰਦਾ। ਉਹਦੇ ਲਈ ਕੀ ਕਰ ਸਕਦੇ ਆ, ਇਹਦੇ ਬਾਰੇ ਕੋਈ? ਜੀ ਡਾਕਟਰ ਸਾਹਿਬ, ਮੈਂ ਅਰਜ਼ ਕਰਾਂ, ਇਹ ਪ੍ਰੋਜੈਕਟ ਮੈਂ ਡਾਕਟਰ ਸਾਹਿਬ ਨੂੰ ਇਹਦੀ ਪ੍ਰਪੋਜ਼ਲ ਬਣਾ ਕੇ ਦੇ ਦਾਂਗਾ, ਔਰ ਅਗਰ ਇਹ ਤੁਹਾਡੇ ਲੋਕਾਂ ਦੀ ਮੁਹੱਬਤ ਨਾਲ ਔਰ ਸਾਰਿਆਂ ਦੀ ਕੋਸ਼ਿਸ਼ ਨਾਲ ਅਪਰੂਵ ਹੋ ਜਾਂਦਾ ਹੈ, ਤੁਸੀਂ ਇਹਨੂੰ ਸਪੋਰਟ ਕਰਦੇ ਹੋ, ਫਿਰ ਅਸੀਂ ਇਹਦੇ ਬਾਰੇ 'ਚ ਬੁਕਲੈਟ ਛਾਪ ਦਾਂਗੇ ਮੁਖਤਸਰ ਜੀ 50 ਪੇਜਿਸ ਦੀ, ਜਾਂ ਕੋਈ ਬਰੋਸ਼ਰ ਛਾਪ ਦਾਂਗੇ, ਜਾਂ ਆਨਲਾਈਨ ਇਹਦਾ ਪੇਜ ਬਣਾ ਦਾਂਗੇ, ਠੀਕ ਹੈ, ਲਿੰਕਸ ਦੇ ਦਾਂਗੇ, ਉਹ ਤੇ ਕੋਈ ਅੱਜ, ਠੀਕ ਹੈ। ਔਰ ਈਵਨ ਚਲੋ ਅਸੀਂ ਉਸ ਪ੍ਰਪੋਜ਼ਲ ਵਨਸ ਗੈਟ ਅਪਰੂਵਡ, ਅਸੀਂ ਉਸ ਪ੍ਰਪੋਜ਼ਲ ਨੂੰ ਹੀ ਆਨਲਾਈਨ ਦੇ ਦਾਂਗੇ, ਠੀਕ ਹੈ। ਦਿਸ ਇਜ਼ ਗੋਇੰਗ ਟੂ ਬੀ ਹੈਪਨ, ਠੀਕ ਹੈ, ਔਰ ਵਿਦਿਨ ਦਿਸ ਟਾਈਮ ਲਿਮਿਟ ਅਸੀਂ ਇਹ ਚੀਜ਼ਾਂ ਪ੍ਰੋਵਾਈਡ ਕਰਨੀਆਂ ਨੇ, ਐਂਡ ਦਿਸ ਪ੍ਰੋਜੈਕਟ ਵਿਲ ਐਂਡ ਸ਼ੁਰੂ ਇੱਥੋਂ ਹੋਇਆ, ਐਂਡ ਦਿਸ ਸੋ ਇਹ ਚੀਜ਼ਾਂ ਉਹਦੇ ਇੰਡੈਕਸ 'ਚ ਸ਼ਾਮਿਲ ਹੋਣਗੀਆਂ, ਔਰ ਸਭ ਚੀਜ਼ਾਂ ਅਸੀਂ ਉਹ ਪ੍ਰਪੋਜ਼ਲ ਹੀ ਅਪਲੋਡ ਕਰ ਦਾਂਗੇ, ਸਾਨੂੰ ਤੇ ਕੋਈ ਮਸਲਾ ਨਹੀਂ। ਬਹੁਤ ਵਧੀਆ ਗੱਲ ਹੈ ਜੀ, ਇਹ ਬੜੀ ਹੈਲਪਫੁਲ ਹੋਊਗੀ ਤੇ ਬੜੇ ਇਹਦੇ ਨਾਲ ਬੜੀ ਹੋਰ ਲੋਕਾਂ 'ਚ ਵੀ ਉਤਸ਼ਾਹ ਜਾਗਰੂਕਤਾ ਬੜੀ ਆਏਗੀ। ਧੰਨਵਾਦ। ਮੈਂ ਇਸੇ ਲਈ ਡਾਕਟਰ ਸਾਡੇ ਜਿਹੜੇ ਮੈਡਮ ਨੇ ਇਸ ਵਕਤ ਮੌਜੂਦ ਨੇ, ਡਾਕਟਰ ਇਹਨਾਂ ਨੂੰ ਵੀ ਇਸੇ ਲਈ, ਬਿਕੋਜ਼ ਬੇਸਿਕਲੀ ਉਹਨਾਂ ਦੇ ਜਿਹੜਾ ਸਬਜੈਕਟ ਹੈ ਉਹ ਈ ਲਰਨਿੰਗ ਹੈ ਸਰ, ਠੀਕ ਹੈ, ਔਰ ਇਹ ਡਿਜੀਟਲਾਈਜੇਸ਼ਨ ਔਰ ਈ ਲਰਨਿੰਗ ਅੱਜ ਕੱਲ੍ਹ ਮਾਡਰਨ ਟੈਕਨੋਲੋਜੀ, ਇਹ ਉਹਨਾਂ ਦਾ ਸਬਜੈਕਟ ਹੈ, ਐਂਡ ਸ਼ੀ ਇਜ਼ ਟੀਚਿੰਗ ਇਨ UBC,
ਸੋ ਮੈਂ ਉਹਨਾਂ ਨੂੰ ਵੀ ਇਸੇ ਲਈ ਲੂਪ 'ਚ ਲਿਆ ਹੋਇਆ ਹੈ ਕਿ ਸ਼ੀ ਸ਼ੁੱਡ ਨੋ ਐਂਡ ਸ਼ੀ ਮਸਟ ਹੈਲਪ ਅਸ ਕਿ ਇਸ ਨੂੰ ਅਸੀਂ ਕਿਵੇਂ ਲੈ ਕੇ ਚੱਲਣਾ। ਹਾਂਜੀ ਹਾਂਜੀ ਅੱਛਾ ਜੀ, ਮਨਜੀਤ ਸਿੰਘ ਜੀ ਤੁਸੀਂ ਹੈਂਡ ਰੇਜ਼ ਕੀਤਾ। ਹਾਂਜੀ 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 ਹੈਲੋ ਮੈਂ ਆਨਾ ਕਟਿਆਲ ਤੋਂ ਤੁਹਾਡੇ ਕੋਲ ਆਨਾ ਜੀ। ਓਕੇ ਡਾਕਟਰ ਸਾਹਿਬ ਇੱਕ ਹੋਰ ਛੋਟਾ ਜਿਹਾ ਕੁਐਸਚਨ ਹੈਗਾ ਜੀ ਜੀ ਕਿ ਜੀ ਹਾਂਜੀ ਪੰਜਾਬੀ ਜਾਂ ਗੁਰਮੁਖੀ ਦਾ ਸਟੇਟਸ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ? ਸਕੂਲ ਸਨ ਸਰ, ਸਕੂਲ ਖੋਲੇ ਹੋਏ ਸਨ, ਗੁਰਮੁਖੀ ਦੇ ਲਹਿਦਾ ਸਕੂਲ ਸਨ, ਸੰਸਕ੍ਰਿਤ ਦੇ ਲਹਿਦਾ ਔਰ ਆਪਣਾ ਵੋਕੇਸ਼ਨਲ ਸਕੂਲ ਲਹਿਦਾ। ਈਵਨ ਉਹਨਾਂ ਦੀ ਜਿਹੜੀ ਵਾਈਫ ਸਨ ਮੋਹਰਾ ਬੇਗਮ, ਉਹਨਾਂ ਨੇ ਇੱਕ ਸਕੂਲ ਖੋਲਿਆ ਜਿਹੜਾ ਪਾਪੜ ਮੰਡੀ ਲਾਹੌਰ 'ਚ ਸੀ ਮਸਜਿਦ ਦੇ ਨਾਲ। ਅੱਜ ਵੀ ਉਹ ਸਕੂਲ ਜਾਰੀ ਹੈ, ਮਸਜਿਦ ਕਮੇਟੀ ਉਹ ਸਕੂਲ ਜਾਰੀ ਅੱਜ ਵੀ ਉਸੀ ਨਾਂ ਨਾਲ ਸਕੂਲ ਚੱਲ ਰਿਹਾ ਸਰ। ਔਰ ਦੂਸਰਾ ਸਕੂਲ ਹਜ਼ਰਤ ਮਾਧੂ ਲਾਲ ਹੁਸੈਨ ਦੇ ਮਜ਼ਾਰ ਤੇ ਖੋਲਿਆ, ਉਹ ਵੀ ਚੱਲ ਰਿਹਾ ਸਰ। ਔਰ ਇਟ ਇਜ਼ ਰਨਿੰਗ ਅੰਡਰ ਦਾ ਮਸਜਿਦ ਕਮੇਟੀ ਚੱਲ ਰਿਹਾ ਸਰ। ਔਰ ਗੁਰਮੁਖੀ ਦੇ ਲਹਿਦਾ ਸਕੂਲ ਸਨ ਸਰ। ਗਵਰਨਮੈਂਟ ਐਡਮਿਨਿਸਟ੍ਰੇਸ਼ਨ 'ਚ ਗੁਰਮੁਖੀ ਜਾਂ ਪੰਜਾਬੀ ਦਾ ਕੋਈ ਰੋਲ ਸੀ ਜਾਂ ਨਹੀਂ? ਐਡਮਿਨਿਸਟ੍ਰੇਸ਼ਨ ਸਾਰੀ ਪਰਸ਼ੀਅਨ ਸਰ, ਠੀਕ ਦਰਬਾਰੀ ਜ਼ਬਾਨ ਹੀ ਫਾਰਸੀ ਸਰ। ਠੀਕ ਹੈ ਹਾਂਜੀ ਜੀ। ਕਟਿਆਲ ਸਾਹਿਬ। ਕਟਿਆਲ ਸਾਹਿਬ ਅਨਮਿਊਟ ਕਰ ਲਓ ਜੀ। ਤੁਸੀਂ ਫਿਰ ਮਿਊਟ ਕਰ ਲਿਆ, ਪਹਿਲੇ ਅਨਮਿਊਟ ਕੀਤਾ ਸੀ ਆਪਣੇ ਆਪ ਨੂੰ। ਹੁਣ ਠੀਕ ਹੈ ਜੀ? ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਥੈਂਕ ਯੂ ਵੈਰੀ ਮਚ ਡਾਕਟਰ ਫਰੀਦ, ਤੁਹਾਡੀ ਇਨਫੋਰਮੇਸ਼ਨ ਲਈ ਬਹੁਤ ਮਿਹਰਬਾਨੀ ਆਪ ਦੀ। ਤੇ ਮੇਰਾ ਕੁਐਸਚਨ ਵੀ ਹੈ ਤੇ ਕਮੈਂਟ ਵੀ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਡਿਜੀਟਾਈਜ਼ ਕਰਨਾ ਬਹੁਤ ਨੈਸੈਸਰੀ ਹੈ। ਤੇ ਇਸ ਚੀਜ਼ ਨੂੰ ਜੇ ਕਿਉਂਕਿ ਪੱਤਰੇ ਜਾਂ ਕਾਗਜ਼ ਦੀ ਉਮਰ ਹੁੰਦੀ ਹੈ, ਉਹ ਜ਼ਿਆਦਾ ਦੇਰ ਟਿਕੇਗੀ ਨਹੀਂ। ਸੋ ਤੁਹਾਡੀ ਔਰ ਦੂਸਰੀ ਚੀਜ਼ ਹੈ ਕਿ ਇਹ ਜਿੰਨੇ ਵੀ ਡਾਕੂਮੈਂਟਸ ਨੇ ਪਬਲਿਕ ਹੋਣੇ ਚਾਹੀਦੇ ਆ। ਕਲਾਸੀਫਾਈਡ ਤੇ ਹੈ ਨਹੀਂ ਹੈ, 200 ਸਾਲ ਤੇ 250 ਸਾਲ ਪੁਰਾਣੇ ਨੇ। ਸੋ ਉਹਦੀ ਕੋਈ ਸਟ੍ਰੈਟੇਜਿਕ ਵੈਲਿਊ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਏਗੀ, ਹਿਸਟੋਰੀਕਲ ਵੈਲਿਊ ਹੈਗੀ ਆ। ਸੋ ਜਿਹੜੀ ਵੀ ਅਥਾਰਟੀਜ਼ ਨੇ, ਵਾਈ ਦੇ ਆਰ ਟਰਾਈਂਗ ਟੂ ਕੀਪ ਇਟ ਟੂ ਦੈਮਸੈਲਫ, ਇੱਕ ਚੀਜ਼। ਦੂਸਰੀ ਚੀਜ਼ ਕੁਐਸਚਨ ਆਏ ਸਨ ਕਿ ਬੰਦਾ ਬਹਾਦਰ ਬਾਰੇ। ਬੰਦਾ ਬਹਾਦਰ ਜਿਹੜੇ ਨਾ ਉਹ ਲਾਹੌਰ ਦੇ ਵਿੱਚ ਅਰੈਸਟ ਹੋ ਕੇ ਹੀ ਗਏ ਸਨ। ਉਸ ਤੋਂ ਬਾਅਦ ਉੱਥੋਂ ਤੱਕ ਤੇ ਉਹ ਪਹੁੰਚੇ ਹੀ ਨਹੀਂ ਨੇ। ਉਹ ਗੁਰਦਾਸਪੁਰ ਤੱਕ ਹੀ ਰਹੇ ਨੇ। ਔਰ ਈਸਟਰਨ ਪੰਜਾਬ 'ਚ ਉਹਨਾਂ ਦਾ ਲੈਂਡ ਰਿਫਾਰਮ ਦਾ ਇਫੈਕਟ ਜ਼ਰੂਰ ਹੋਇਆ। ਤੇ ਪੰਜਾਬ ਦਾ ਉਹ ਬੜਾ ਛੋਟਾ ਜਿਹਾ ਹਿੱਸਾ ਤੇ ਮੈਜੋਰਿਟੀ ਪੰਜਾਬ ਤੇ ਰਣਜੀਤ ਸਿੰਘ ਦਾ ਰੂਲ ਤਾਂ ਦੂਜੇ ਪਾਸੇ ਸੀ ਸਾਰਾ। ਤੇ ਉੱਥੇ ਲੈਂਡ ਰਿਫਾਰਮ ਜਿਹੜੇ ਹੋਏ ਨੇ ਉਹ ਪ੍ਰੋਬਬਲੀ ਰਣਜੀਤ ਸਿੰਘ ਦੇ ਰਜੀਮ 'ਚ ਜੇ ਕੋਈ ਹੋਏ ਨੇ ਤੇ ਹੋਏ ਨੇ। ਉਹ ਡਾਕਟਰ ਸਾਹਿਬ ਫਰੀਦ ਸਾਹਿਬ ਲੱਭ ਕੇ ਚੀਜ਼ਾਂ ਨੂੰ ਪੇਸ਼ ਕਰਨ ਤੇ ਉੱਥੋਂ ਪਤਾ ਲੱਗ ਸਕਦਾ। ਪਰ ਜਿਹੜਾ ਇੰਪੈਕਟ ਬੰਦਾ ਬਹਾਦਰ ਦਾ ਉਹ ਈਸਟਰਨ ਪੰਜਾਬ 'ਚ ਹੀ ਹੈਗਾ ਤੇ ਹੋਰ ਕਿਧਰੇ ਨਹੀਂ ਹੈਗਾ। ਥੈਂਕ ਯੂ ਜੀ। ਥੈਂਕ ਯੂ ਸਰ ਫॉर ਆਨਸਰਿੰਗ ਐਂਡ ਕਮੈਂਟਸ ਆਲਸੋ। ਤੁਸੀਂ ਤੇ ਕਾਫੀ ਅੱਛਾ ਕਮੈਂਟ ਦਿੱਤਾ ਹੈ। ਡਾਕਟਰ ਸਾਹਿਬ, ਜੋ ਤੁਸੀਂ ਪਹਿਲੀ ਗੱਲ ਕੀਤੀ ਹੈ ਕਿ ਵਾਈ ਗਵਰਨਮੈਂਟ ਇਜ਼ ਕਰ ਰਹੀ ਹੈ ਕਿ ਉਹ ਚੂੰਕਿ ਉਹ ਰੇਅਰ ਨੇ, ਸ਼ਾਇਦ ਇਸ ਵਜ੍ਹਾ ਤੋਂ ਉਹਨਾਂ ਨੂੰ ਹਿਸਟਰੀ ਹੈ ਔਰ ਬੜੇ ਹੀ ਉਹ ਵੀ ਕਰਨਾ ਚਾਹੁੰਦੇ ਨੇ। ਸ਼ਾਇਦ ਉਹ ਕਹਿੰਦੇ ਨੇ ਜੀ ਕੋਈ ਨਾ ਕੋਈ ਬੰਦਾ ਲੱਭੇ ਤੇ ਅਸੀਂ ਕਰੀਏ। ਠੀਕ ਹੈ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਕੋਈ ਐਸੀ ਪੋਜੀਸ਼ਨ ਤੇ ਹੈ ਨਹੀਂ ਸਟ੍ਰੈਟੇਜਿਕ। ਹਾਂ ਹਿਸਟਰੀ ਜ਼ਰੂਰ ਹੈ। ਹਿਸਟਰੀ ਨੂੰ ਅਸੀਂ ਐਜ਼ ਅ ਹਿਸਟੋਰੀਅਨ ਔਰ ਐਜ਼ ਅ ਹਿਸਟਰੀ ਦੇ ਡਾਕੂਮੈਂਟਸ ਦੇ ਤੌਰ ਤੇ ਜ਼ਰੂਰ ਅੱਗੇ ਲੈ ਕੇ ਜਾਵਾਂਗੇ, ਕਿਉਂਕਿ ਸਰ ਉਹਦੇ ਤੇ ਫਾਈਨਾਂਸ ਵੀ ਆਉਂਦੀ ਹੈ ਨਾ। ਦੇਖੋ ਗੱਲ ਹੈ ਕਿ ਜੋ ਵੀ ਕੰਮ ਕਰੇਗਾ ਗਵਰਨਮੈਂਟ ਹੀ ਸਹੀ, ਜਿਹੜਾ ਇਦਾਰੇ ਦੀ ਗੱਲ ਕੀਤੀ ਹੈ ਅਮਰੀਕਾ 'ਚ, ਉਹਨਾਂ ਦੀ ਵੀ ਕਾਸਟਿੰਗ ਆਣੀ ਹੈ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ। ਪ੍ਰੋਫੈਸਰ ਗੁਰਚਰਨ ਸਿੰਘ ਜੀ, ਮੇਰੇ ਖਿਆਲ ਤੁਸੀਂ ਆਈ ਵੁੱਡ ਲਾਈਕ ਕਿ ਆਪਣੇ ਕੋਲ ਨਾਲ ਜਿਹੜੇ ਸਾਹਿਬ ਜੀ ਹੈਗੇ ਆ, ਉਸ ਤੋਂ ਬਾਅਦ 5 ਮਿੰਟ ਉਹ ਜ਼ਰੂਰ ਲੈਣ। ਸੋ ਗੁਰਚਰਨ ਸਿੰਘ ਜੀ, ਪ੍ਰੋਫੈਸਰ ਗੁਰਚਰਨ ਸਿੰਘ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦੀ ਹਾਂ ਵੀ ਇੱਕ ਚੰਗੀ ਇਨਫੋਰਮੇਸ਼ਨ ਅੱਜ ਸਾਨੂੰ ਨਵੀਂ ਮਿਲੀ ਹੈ। ਦੂਸਰਾ ਜਿਹੜੀ ਬੇਨਤੀ ਮੈਂ ਕਰਨਾ ਚਾਹੁੰਦਾ ਡਿਜੀਟਲ ਰਿਕਾਰਡ ਬਾਰੇ, ਅਮਰੀਕਾ ਵਿੱਚ ਇੱਕ ਵੀਰ ਭੁਪਿੰਦਰ ਸਿੰਘ ਹੈਗੇ ਆ,
ਤੇ ਇੰਡੀਆ ਵੀ ਜਾਂਦੇ ਆ, ਤੁਸੀਂ ਬਹੁਤ ਸਾਰੇ ਜਾਣਦੇ ਹੋਵੋਗੇ। ਉਹਨਾਂ ਹਾਂਜੀ ਨੇ ਅੱਜ ਤੋਂ 15 ਸਾਲ ਪਹਿਲਾਂ 12 ਸਾਲ ਪਹਿਲਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਣੇ ਜਿੰਨੇ ਸਰੂਪ ਸਨ ਨਾ, ਉਹਨਾਂ ਨੂੰ ਕਿਤੇ ਡਿਜੀਟਲ ਦੇ ਸ਼ੇਪ ਦੇ ਵਿੱਚ ਕਿਤੇ ਸੰਭਾਲਿਆ ਸੀਗਾ। ਉਹਨਾਂ ਨੇ ਕੰਮ ਕੀਤਾ ਸੀ ਕਾਫੀ ਸਾਰਾ। ਤੇ ਹਾਂਜੀ ਮੇਰੀ ਬੇਨਤੀ ਹੈ ਕਿ ਉਹਨਾਂ ਦੀ ਹੈਲਪ ਆਪਾਂ ਲੈ ਸਕਦੇ ਹਾਂ। ਤੇ ਨੰਬਰ ਆਪ ਜੀ ਕੋਲ ਹੋਏਗਾ, ਠੀਕ ਹੈ, ਨਹੀਂ ਤੇ ਮੈਂ ਆਪ ਜੀ ਨੂੰ ਡਾਕਟਰ ਜਗਜੀਤ ਸਿੰਘ ਨੂੰ ਭੇਜ ਦਿਆਂਗਾ। ਤੇ ਉਹ ਬਹੁਤ ਸੋਹਣਾ ਕੰਮ ਕਰ ਰਹੇ ਨੇ, ਤੇ ਉਹ ਹੈਲਪਫੁਲ ਹੋ ਸਕਦੇ ਨੇ ਇਸ ਮਾਮਲੇ ਦੇ ਵਿੱਚ। ਤਾਂ ਮੇਰੀ ਇਹ ਬੇਨਤੀ ਸੀ। ਬਹੁਤ ਧੰਨਵਾਦ ਜੀ। ਠੀਕ ਸਰ ਹੈ, ਤੁਸੀਂ ਜ਼ਰੂਰ ਸ਼ੇਅਰ ਕਰੋ ਡਾਕਟਰ ਸਾਹਿਬ ਨਾਲ, ਔਰ that will be helpful for us sir। ਹਾਂਜੀ ਨਹੀਂ ਡਾਕਟਰ ਫਰੀਦ, ਵਾਂਸ ਸਾਡੇ ਕੋਲ ਤੁਹਾਡੀ ਉਹ ਡਿਜੀਟਾਈਜੇਸ਼ਨ ਦੀ ਪ੍ਰਪੋਜ਼ਲ ਹੋਵੇ, ਫਿਰ ਅਸੀਂ ਜਿਹੜੀਆਂ ਆਰਗੇਨਾਈਜੇਸ਼ਨਸ ਆਲਰੇਡੀ ਇਸ ਵਿੱਚ ਇਨਵੋਲਵਡ ਹੈ ਜਾਂ ਇੱਥੇ ਵੀ ਹੈਗੀਆਂ, ਅਸੀਂ ਵੀ ਵਿਲ ਡੈਫੀਨੇਟਲੀ ਟਰਾਈ ਕਿ ਉਹ ਕਿਸ ਤਰੀਕੇ ਨਾਲ ਹੈਲਪ ਕਰ ਸਕਦੀਆਂ ਔਰ ਕਿੱਦਾਂ ਹੋ ਸਕਦਾ। ਜਿੱਦਾਂ ਰਾਈਟ, ਤੁਸੀਂ ਕਿਹਾ ਰਿਕਾਰਡਸ ਬਾਹਰ ਨਹੀਂ ਆ ਸਕਦੇ, ਸਾਨੂੰ ਉੱਥੇ ਡਿਜੀਟਾਈਜ਼ ਕਰਨਾ ਪਏਗਾ। ਇਹ ਕੰਡੀਸ਼ਨ ਆਈ ਪਈ ਹੈ ਇੱਥੇ, ਜਿਹੜੀ ਕਿ ਹੋਰਾਂ ਥਾਂ ਤੇ ਕੰਡੀਸ਼ਨ ਨਹੀਂ ਸੀਗੀ। ਇਹ ਇਸ ਕੰਡੀਸ਼ਨ ਨੂੰ ਥੋੜਾ ਜਿਹਾ ਧਿਆਨ ਵਿੱਚ ਰੱਖਦੇ ਹੋਏ ਵੀ ਹੈਵ ਟੂ ਟਾਕ ਔਨ ਦੈਟ। ਡਾਕਟਰ ਸਾਹਿਬ ਵਿਦਿਨ 10 days ਪ੍ਰਪੋਜ਼ਲ ਤੁਹਾਡੇ ਕੋਲ ਪਹੁੰਚ ਜਾਏਗੀ ਸਰ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ। ਉਹਨਾਂ ਨੂੰ ਆਪਣੇ ਸਾਇਦਾ ਸ਼ਾਹਿਦ ਜੀ, ਮੈਂ am I pronouncing the name right? जी जी बिल्कुल, you are very right and thank you very much everyone। सॉरी कि am I जे audible? मैं कोई गलत प्रोनाउंसिएशन कर रहा ਤਾਂ No, ਇਸ ਕਰਕੇ ਪਲੀਜ਼ ਯੂ ਇੰਟਰੋਡਿਊਸ ਯੋਰਸੈਲਫ ਤੇ 5 ਮਿੰਟ ਵੈਸੇ ਤਾਂ ਵਧੀਆ ਹੁੰਦਾ ਜੇ ਵੀਡੀਓ ਔਨ ਕਰ ਲਓ, ਤੇ ਆਈ ਵੁੱਡ ਸਾਰਿਆਂ ਨੂੰ ਦਰਸ਼ਨ ਵੀ ਹੋ ਜਾਣਗੇ, ਤੇ ਦੈਟ ਵੇ ਥੈਂਕ ਯੂ ਵੈਰੀ ਮਚ, ਥੈਂਕਸ। ਹਾਂਜੀ ਤੋ ਤੁਸੀਂ जी ਹਾਂਜੀ thank you very ਆਪਣੇ much। ਬਾਰੇ I'm really happy to what join are you you all। doing already? ਹਾਂਜੀ जी I'm a postdoc research fellow at UBC। मैं UBC में postdoc कर रही हूँ इंफॉर्मेशन मैनेजमेंट में, स्कूल ऑफ इंफॉर्मेशन मैनेजमेंट में। और मेरा जो रिसर्च प्रोजेक्ट है वो भी प्रोटेक्शन एंड प्रिजर्वेशन ऑफ आर्काइव्स है ऑन स्कॉलरली मिसकंडक्ट प्रैक्टिसेस। तो डिफरेंट टॉपिक है, लेकिन है यही रिलेटेड टू preservation and digitization of rare material। तो मैं बहुत शुक्रगुजार हूँ डॉक्टर फरीद की और आप सबकी कम्युनिटी की एंड योर टीचिंग एसोसिएशन। आपने मुझे वेलकम कहा और आपने मुझे थोड़ा टाइम दिया टू इंट्रोड्यूस माई सेल्फ। आई एम रियली ऑब्लाइज्ड, थैंक यू सो वेरी मच। और सबको मेरा बहुत धन्यवाद। ये जो डॉक्टर फरीद ने अभी इतना इंफॉर्मेटिव भी दिया है अपना वेबिनार, आई एम रियली मच इम्प्रेस्ड। और लाहौर में रहते हुए मुझे नहीं पता कि इतना मटेरियल राजा रंजीत सिंह के हवाले से वहाँ पर रेयर कलेक्शन अवेलेबल है। और आई मीन इट वाज आल्सो आई ओपनिंग फॉर मी कि इतना रेयर कलेक्शन मौजूद है। और पेपर की एक एज होती है, तो जितना पुराना वो है अब तक तो उसको प्रिजर्व हो जाना चाहिए था। बट वेरी राइटली सेड बाय डॉक्टर फरीद एंड योर कम्युनिटी मेंबर्स। और आपने भी बड़ा अच्छा हाईलाइट किया कि देयर इज अ वेरी मच नीडेड टू प्रिजर्व देम एंड टू। और बहुत सारे लोगों ने इस पे जोर दिया कि उनकी एक्सेस होनी चाहिए, विच इज वेरी विच इज द बेसिक नीड ऑफ योर कम्युनिटी। अगर हम उसको डिजिटाइज कर भी देते हैं, बट आपकी अगर एक्सेस नहीं होती, सो हु विल बी एबल टू नोइंग कि व्हाट इज हैपनिंग इन द पीरियड ऑफ राजा रंजीत सिंह। और बहुत सारी चीजें जो उन्होंने एजुकेशनल रिफॉर्म्स की, आई एम रियली मच इम्प्रेस्ड। और आप मतलब ना सिर्फ ये मेरे लिए बल्कि आपकी कम्युनिटी के लिए भी बहुत ओवरऑल द कनाडा एंड ओवरऑल जहाँ जहाँ पर भी आपकी कम्युनिटी है, ये बहुत ही इंफॉर्मेटिव होगा कि हम उनकी रिफॉर्म्स को देखें, समझें और फॉलो भी करें इफ दे आर ऑफ एनी स्ट्रेटेजिक वैल्यू। लेकिन ऑब्वियसली उसके लिए हमें एक प्रोजेक्ट करना पड़ेगा, और जैसे फरीद साहब कह रहे हैं तो इट विल बी वेरी हेल्पफुल। और अगर आपको मेरी उसमें कोई हेल्प चाहिए, पब्लिक एक्सेस हम उसको ऐसे दे सकते हैं कि हम एक वेबसाइट बना सकते हैं। उस वेबसाइट के ऊपर हम उन सारे आर्काइव्स को अपलोड कर दें क्लासिफाई करके,
ताकि अगर कोई एजुकेशन से रिफॉर्म्स रिलेटेड देखना चाहे तो वो उस सेक्शन में जाके देखे, कोई कोर्ट से, एडमिनिस्ट्रेशन से, गवर्नेंस से, सो दैट वुड बी वेरी एक्सेसिबल टू ऑल ओवर द, क्योंकि आजकल ग्लोबलाइजेशन का दौर है, तो इसमें वो एक्सेसिबल बनाना बहुत आसान है, मुश्किल नहीं है। लेकिन होपफुली आप लोगों की सपोर्ट से, डॉक्टर फरीद जो इस मेन लीडर हैं, उनकी सपोर्ट से अगर हम इस प्रोजेक्ट को लेके चल सकें और इसको हम कंप्लीट कर सकें, दैट वुड बी वेरी गुड। एंड आई एम हैप्पी कि अगर मेरी कोई खदमात आपको चाहिए, आई एम वेरी मच हैप्पी टू जॉइन योर टीम। थैंक यू। थैंक यू वेरी मच। ਤੇ ਵੈਸੇ ਤਾਂ ਉਹਦੇ ਵਿੱਚੋਂ ਹੋ ਸਕਦਾ ਜਦੋਂ ਮੇਬੀ ਸਾਰਾ ਜਦੋਂ ਐਨਾਲਾਈਜ਼ ਹੋਵੇ ਉਹਦੀ ਕਈ ਕੈਟੇਗਰੀਜ਼ ਬਣ ਜਾਣ, ਸਬ ਕੈਟੇਗਰੀਜ਼ ਵੀ ਬਣ ਜਾਣ। ਨੋਬਡੀ ਨੋਜ਼ ਕੀ ਅਲਟੀਮੇਟਲੀ ਫਾਈਨਲ ਫਾਰਮ ਵਿੱਚ ਆਉਂਦਾ। ਮੰਨ ਲਓ ਈਵਨ ਕੋਰਟ ਕੇਸਿਸ ਹੈ, ਦੇ ਮਾਈਟ ਬੀ ਆਫ ਅ ਫੈਮਿਲੀ ਲਾਅ, ਦੇ ਮਾਈਟ ਬੀ ਅੰਡਰ ਲੈਂਡ ਲਾਅ, ਦੇ ਮਾਈਟ ਬੀ ਅੰਡਰ ਡਿਫਰੈਂਟ ਕਿੱਦਾਂ ਦੇ ਝਗੜੇ ਆ ਜਾਂ ਕ੍ਰਿਮੀਨਲ ਲਾਅਜ਼। So all ਸਾਰੇ ਵੀ ਅੱਗੋਂ it could be bifurcated and maybe have further things ਉਹਦੇ ਵਿੱਚੋਂ ਕਈ ਚੀਜ਼ਾਂ ਨਿਕਲ ਸਕਦੀਆਂ, ਕਿਉਂਕਿ ਜਦੋਂ ਅਸੀਂ unseen ਦੇਖਿਆ ਤਾਂ maybe we are not sure ਕੀ ultimate what form it will take. ਹਾਂਜੀ, anybody else or we are towards an end? So anybody, my final call. So Dr. Fareed, ਤੁਸੀਂ ਕੁਝ ਕਹਿਣਾ ਚਾਹੋਗੇ ਲਾਸਟ ਬਿਫੋਰ ਮੈਂ ਤੁਹਾਡੇ ਸਿੱਖ ਕਮਿਊਨਿਟੀ ਦਾ ਔਰ ਤੁਹਾਡੀ ਆਰਗੇਨਾਈਜੇਸ਼ਨ ਦਾ ਅਗੇਨ ਮੈਂ ਥੈਂਕ ਯੂ ਅਦਾ ਕਰਨਾ ਚਾਹੁੰਦਾ ਹਾਂ, ਔਰ ਇਸ ਪ੍ਰਪੋਜ਼ਲ ਨੂੰ ਮੈਂ ਤੁਹਾਨੂੰ ਪੇਸ਼ ਵੀ ਕਰ ਦਾਂਗਾ। ਇਹਨੂੰ ਤੁਹਾਡੀ ਕਮਿਊਨਿਟੀ, ਤੁਹਾਡੀ ਆਰਗੇਨਾਈਜੇਸ਼ਨ ਸਪੋਰਟ ਕਰੇ ਤਾਂ ਕਿ ਅਸੀਂ ਇਸ ਹਿਸਟਰੀ ਦੇ ਇੱਕ ਬਹੁਤ ਵੱਡੇ ਜ਼ਖੀਰੇ ਨੂੰ ਔਰ ਆਪਣੀ ਨੈਕਸਟ ਜਨਰੇਸ਼ਨ ਵਾਸਤੇ ਆਪਣੇ ਲਈ ਸਿਕਿਉਰ ਕਰੀਏ ਔਰ ਆਪਣੀ ਨੈਕਸਟ ਜਨਰੇਸ਼ਨ ਲਈ ਅੱਛੀ ਪਾਥ, ਅੱਛਾ ਟਰੈਕ ਦੇ ਕੇ ਜਾਈਏ ਸਰ। ਠੀਕ ਹੈ। ਮੈਂ ਸਾਰਿਆਂ ਵੱਲੋਂ, ਸਾਰੇ ਸਾਡੇ ਜਿੰਨੇ ਵੀ ਆਏ ਹੋਏ ਆ ਪਲੱਸ ਆਪਣੀ ਆਰਗੇਨਾਈਜੇਸ਼ਨ ਵੱਲੋਂ ਡਾਕਟਰ ਫਰੀਦ ਦਾ ਆਈ ਹਾਈਲੀ ਐਪਰੀਸ਼ੀਏਟ। ਬੜੀ ਆਈ ਓਪਨਿੰਗ ਸੀ। ਵੈਸੇ ਜਿਹੜੇ ਮੈਂ ਕੁਐਸਚਨ ਲਿਖੇ ਸੀ ਉਹ ਸਾਰੇ ਕੁਐਸਚਨ ਆਲਮੋਸਟ ਸਾਰੇ ਆਨਸਰ ਹੋ ਗਏ। ਉਹ ਕਿਸੇ ਨਾ ਕਿਸੇ ਫਾਰਮ ਵਿੱਚ ਬਾਕੀ ਦੇ ਸਾਡੇ ਸੱਜਣਾ ਨੇ ਪੁੱਛ ਲਏ। ਸੋ ਮੇਰੇ ਲਈ ਤਾਂ ਕੋਈ ਕੁਐਸਚਨ ਰਿਹਾ ਨਹੀਂ। ਬਟ ਆਈ ਰੀਅਲੀ ਐਪਰੀਸ਼ੀਏਟ ਐਂਡ ਥੈਂਕ ਹਿਮ ਕਿ ਉਹਨਾਂ ਨੇ ਟਾਈਮ ਕੱਢਿਆ ਔਰ ਸਾਨੂੰ ਅਵੇਅਰ ਕਰਾਇਆ ਕਿ ਇਹ ਚੀਜ਼ਾਂ ਵੀ ਪਈਆਂ ਹੋਈਆਂ। ਮੈਨੂੰ ਅੱਜ ਤੋਂ ਪਹਿਲਾਂ ਜਦੋਂ 3 ਹਫ਼ਤੇ ਪਹਿਲਾਂ, 2 ਹਫ਼ਤੇ ਪਹਿਲਾਂ, ਮੈਂ ਕਿਹਾ 3 ਹਫ਼ਤੇ ਪਹਿਲਾਂ ਮਿਲੇ ਆ, ਉਦੋਂ ਤੱਕ ਨਹੀਂ ਸੀ ਪਤਾ ਇਹ ਸਾਰੀਆਂ ਗੱਲ ਦਾ। ਮੈਨੂੰ ਹੀ ਪਹਿਲੀ ਵਾਰੀ ਇਟ ਵਾਸ ਏ ਆਈ ਓਪਨਿੰਗ ਐਂਡ ਆਈ ਵਾਸ ਸੋ ਐਕਸਾਈਟਡ ਕਿ ਬਈ ਇੰਨਾ ਕੁਝ ਪਿਆ ਹੋਵੇ ਐਡਮਿਨਿਸਟ੍ਰੇਟਿਵ ਤੌਰ ਤੇ, ਔਰ ਕਿੰਗ ਕਿੱਦਾਂ ਰੂਲ ਕਰਦਾ ਉਹਦੇ ਬਾਰੇ ਵੀ ਸਾਨੂੰ ਬਿਲਕੁਲ ਡਿਟੇਲਸ ਹੋਣ ਤੇ ਸੋ ਵੀ ਕੈਨ ਵਰਕ ਔਨ ਦੈਟ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਤੇ ਸ਼ਾਹਿਦ ਜੀ ਦਾ ਵੀ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਜੁਆਇਨ ਕੀਤਾ, ਔਰ ਸਾਰਿਆਂ ਸੱਜਣਾ ਦਾ ਬਹੁਤ ਬਹੁਤ ਥੈਂਕਸ। ਦੇਅਰਸ ਅ ਅਨਾਉਂਸਮੈਂਟ ਕਿ ਨੈਕਸਟ ਵੀਕ ਸਾਡਾ ਕੋਈ ਸੈਮੀਨਾਰ ਨਹੀਂ ਹੋਏਗਾ। ਵੀ ਆਰ ਹੈਵਿੰਗ ਅ ਫਿਜ਼ੀਕਲ ਸੈਮੀਨਾਰ, ਸੋ ਇਸ ਕਰਕੇ ਸਾਡਾ ਜਿਹੜਾ ਵੈਬਿਨਾਰ ਨਹੀਂ ਹੋਏਗਾ। ਸੋ ਸਾਡੇ ਫਿਜ਼ੀਕਲ ਉਸੇ ਟਾਈਮ ਤੇ ਸਾਡੇ ਫਿਜ਼ੀਕਲ ਸੁਸਾਇਟੀ ਦੇ ਵਿੱਚ ਹੈ। ਜਿਹੜੇ ਸੱਜਣ ਵੈਂਕੂਵਰ ਵਿੱਚ ਹੈ ਉਹ ਪਲੀਜ਼ ਉੱਥੇ ਜੁਆਇਨ ਕਰਨ। ਸੁਸਾਇਟੀ ਦਾ ਆਫਿਸ ਐਟ ਐਵਰੀਬਡੀ ਨੋਜ਼ ਕੈਂਟ ਐਵਨਿਊ ਤੇ, ਤੋ ਉਸੇ ਥਾਂ ਤੇ ਅਸੀਂ ਸੈਮੀਨਾਰ ਕਰ ਰਹੇ ਹਾਂ। ਡਾਕਟਰ ਬਾਬਾ ਸਿੰਘ ਔਰ ਤਰਲੋਚਨ ਸਿੰਘ ਹੋਰੀ ਜੁਆਇਨ ਕਰਨਗੇ ਉੱਥੇ। ਸੋ ਵੀ ਆਰ ਹੈਵਿੰਗ ਅ ਫਿਜ਼ੀਕਲ ਸੈਮੀਨਾਰ ਤੇ ਅਸੀਂ ਉਸ ਤੋਂ ਅਗਲੀ ਵਾਰੀ we might meet with a very interesting topic. So ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸਰ। ਥੈਂਕ ਯੂ।